ਸ਼ਮਾਦਾਨ। रेडियो पंजाब टुडे सुन रहे सारी श्रोतिਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਸਿੰਘ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅੱਜ ਦੋਸਤੋ ਦਿਨ ਹੈ ਵੀਰਵਾਰ ਤੇ ਮਈ ਮਹੀਨੇ ਦੀ 8 ਤਰੀਕ ਹੈ ਜੀ ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਤੇ ਹੁਣ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਿਰ ਸੀਨੀਅਰ ਅਟਾਰਨੀ ਐਮੀ ਜੈਲ ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜੈਲ ਐਂਡ ਜੈਲ ਲਾਅ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜੈਲ ਐਂਡ ਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਨਾਲ ਸੰਪਰਕ ਸਥਾਪਿਤ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ ਜੀ 7186121188 ਜਾਂ ਫਿਰ ਆਫਿਸ ਨੰਬਰ 2126192859 'ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਵਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ ਜੀ 2535208886। ਇਹਨਾਂ ਦਾ ਪਤਾ 24915 104 ਐਵੀਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਹੋਰਾਂ ਦੇ ਨਾਲ ਜਾਂ ਸਚਿਨ ਮਲਿਕ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 5599034627। ਲੋਕੇਸ਼ਨ ਹਾਈਵੇ 99 ਐਗਜ਼ਿਟ 144 ਐਵੀਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਔਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ ਜੀ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਣਾ ਦੇ ਨਾਲ 2532666924। ਜੀ ਸਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਜੁੜ ਚੁੱਕੇ ਨੇ ਜੀ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ ਬਰਾੜ ਸਾਹਿਬ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਭਲਵਾਨਾਂ ਦਾ ਘੋਲ, ਭਲਵਾਨਾਂ ਦਾ ਅੰਦੋਲਨ ਜਿਹੜਾ ਹੈਗਾ ਖੇਡ ਮੰਤਰੀ ਦੇ ਮਿਲਣ ਤੋਂ ਬਾਅਦ ਕੀ ਰੁਖ ਅਖਤਿਆਰ ਕਰ ਰਿਹਾ ਤੇ ਕੀ ਇਹਦੇ ਵਿੱਚ ਅਪਡੇਟਸ ਨੇ, ਇਹਦੇ ਬਾਰੇ ਪਹਿਲਾ ਸਵਾਲ ਜੀ। ਅਸਲ ਵਿੱਚ ਜਿਵੇਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ, ਉਹ ਵੈਸੇ ਤਾਂ 2-3 ਦਿਨ ਦੀਆਂ ਕਾਫੀ ਅਲੱਗ ਢੰਗ ਨਾਲ ਆਉਂਦੀਆਂ ਰਹੀਆਂ ਨੇ। ਆਪਣਾ ਬਰਾੜ ਸਾਹਿਬ ਜੀ ਭਲਵਾਨਾਂ ਨੇ ਆਪਣਾ ਪ੍ਰੋਟੈਸਟ ਵਾਪਸ ਲੈ ਲਿਆ। ਮਤਲਬ ਇਹਨੂੰ ਤੁਸੀਂ ਇੱਕ ਤਰਫਾ ਦੀਆਂ ਖਬਰਾਂ ਕਹਿ ਸਕਦੇ ਹੋ, ਭਾਵੇਂ ਕਿ ਉਹਨਾਂ ਨੂੰ ਫਿਰ ਬਾਅਦ ਵਿੱਚ ਇਕੱਲੀ ਖਬਰ ਤੇ ਆ ਕੇ ਸਪਸ਼ਟੀਕਰਨ ਦੇਣਾ ਪਿਆ ਵੀ ਭਾਈ ਸਾਡਾ ਪ੍ਰੋਟੈਸਟ ਚੱਲ ਰਿਹਾ, ਵੀ ਇੱਦਾਂ ਦੀ ਕੋਈ ਗੱਲ ਨਹੀਂ। ਹੁਣ ਹਾਲ ਦੀ ਘੜੀ ਓਲੰਪਿਕ ਤਗਮਾ ਜੇਤੂ ਪਹਿਲਵਾਨ ਨੇ ਜਿਹੜੇ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਖੇਡ ਮੰਤਰੀ ਅਨੁਰਾਗ ਠਾਕਰ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਣ ਮਗਰੋਂ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਆ, ਉਹਦੇ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਸੰਘਰਸ਼ ਵਿੱਢਿਆ ਹੋਇਆ, ਉਹਨੂੰ ਫਿਲਹਾਲ 15 ਜੂਨ ਤੱਕ ਇਹਨਾਂ ਨੇ ਮੁਲਤਵੀ ਕਰਨ ਲਈ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਜੀ। ਕਿਉਂਕਿ ਦਿੱਲੀ ਪੁਲਿਸ ਕਹਿ ਰਹੀ ਹੈ ਵੀ ਅਸੀਂ ਜਿਹੜਾ ਹੈਗਾ ਬ੍ਰਿਜ ਭੂਸ਼ਣ ਦੇ ਖਿਲਾਫ ਜਿਹੜੀ 15 ਜੂਨ ਤੱਕ ਕਾਰਵਾਈ ਮੁਕੰਮਲ ਕਰ ਲਵਾਂਗੇ, ਉਦੋਂ ਤੱਕ ਵੀ ਤੁਸੀਂ ਉਡੀਕ ਕਰੋ। ਇਹ ਮਤਲਬ ਸਰਕਾਰ ਨੇ ਖਿਡਾਰੀਆਂ ਨੂੰ ਕਿਹਾ, ਖਿਡਾਰੀਆਂ ਨੇ ਇਹਦੇ ਬਾਰੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਭਲਵਾਨਾਂ ਵੱਲੋਂ। ਉਹਨਾਂ ਨੇ ਖੇਡ ਮੰਤਰੀ ਨਾਲ 5 ਘੰਟੇ ਦੇ ਕਰੀਬ ਬੈਠਕ ਚੱਲੀ ਹੈ ਤੇ ਜਿਹਦੇ ਵਿੱਚ ਉਹ ਕਿਹਾ ਗਿਆ ਕਿ ਸਰਕਾਰ ਇੱਕ ਤਾਂ ਉਹਨਾਂ ਦੇ ਖਿਲਾਫ ਜੋ ਕੇਸ ਵਾਪਸ ਲਵੇ, ਇਹਦਾ ਭਰੋਸਾ ਦਿੱਤਾ। ਮੀਡੀਆ ਵਿੱਚ ਜੋ ਖਬਰਾਂ ਆਈਆਂ ਉਹਦੇ ਵਿੱਚ ਉਹ ਇਹ ਆ ਰਿਹਾ ਵੀ ਹਾਂ ਭਰੋਸਾ ਦੇਣ ਦੀ ਗੱਲ ਕਹੀ ਗਈ ਹੈ। ਤੇ ਆਪਾਂ ਨੂੰ ਪਤਾ ਵੀ 28 ਮਈ ਨੂੰ ਸੰਸਦ ਭਵਨ ਜਿਤਨੇ ਉਹਦੀ ਨਵੀਂ ਇਮਾਰਤ ਦੀ ਉਦਘਾਟਨ ਹੋਣਾ ਸੀ, ਉਦੋਂ ਹੀ ਭਲਵਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਸੀ। ਮਹਿਲਾ ਭਲਵਾਨਾਂ ਸਣੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਬਾਅਦ ਵਿੱਚ ਛੱਡ ਦਿੱਤਾ ਗਿਆ, ਪਰ ਜਿਵੇਂ ਉਹਨਾਂ ਦੀ ਨੂੰ ਘੜੀਸਿਆ ਗਿਆ ਉਹ ਸਾਰੀ ਦੁਨੀਆ ਨੇ ਦੇਖਿਆ। ਇੱਕ ਪਾਸੇ ਲੋਕਤੰਤਰ ਦੀ ਜਿਹੜੀ ਨਵੀਂ ਇਮਾਰਤ ਆ ਉਹਦਾ ਉਦਘਾਟਨ ਹੋ ਰਿਹਾ ਸੀ ਰਾਜਤੰਤਰ ਦੀ ਤਰ੍ਹਾਂ, ਦੂਜੇ ਪਾਸੇ ਖਿਡਾਰੀਆਂ ਦੀ ਖਿੱਚਤੂ ਹੋ ਰਹੀ ਸੀਗੀ।
ਇਹਦੇ ਨਾਲ ਦੀ ਨਾਲ ਹੀ ਕੁਝ ਹੋਰ ਖਬਰਾਂ ਵੀ ਨੇ ਬਰਾੜ ਸਾਹਿਬ ਜੁੜੀਆਂ ਹੋਈਆਂ, ਜਿਵੇਂ ਬ੍ਰਿਜ ਭੂਸ਼ਣ ਨੂੰ ਬਚਾਉਣ ਦੇ ਲਈ ਕਾਂਗਰਸ ਕਹਿ ਰਹੀ ਹੈ ਕਿ ਸਰਕਾਰ ਨੂੰ ਵੱਡੀ ਕੀਮਤ ਤਾਰਨੀ ਪਊਗੀ, ਉਹ ਅਸਲ ਵਿੱਚ ਇਹ ਕਰ ਰਹੀ ਹੈਗੀ ਹੈ ਗੜਬੜਾਂ। ਤੇ ਖਾਪਾਂ ਦੇ ਵੱਲੋਂ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨੂੰ ਲੈ ਕੇ ਦੀ ਮੰਗ ਨੂੰ ਉੱਚਾ ਚੁੱਕਿਆ ਗਿਆ ਜ਼ੋਰ ਸ਼ੋਰ ਦੇ ਨਾਲ। ਹਰਿਆਣਾ ਦੇ ਬਲਾਲੀ ਪਿੰਡ ਦੇ ਵਿੱਚ ਜਿਹੜੀ ਖਾਪ ਮਹਾਪੰਚਾਇਤ ਆ, ਉਹਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਤੇ ਖਿਡਾਰੀ ਹਾਲੇ ਵੀ ਅੜਿੱਗ ਨੇ ਕਿ ਜਿਹੜਾ ਸਾਡਾ ਸੱਤਿਆਗ੍ਰਹਿ ਉਹ ਚੱਲਦਾ ਰਹੂਗਾ। ਜੀ ਦੂਜੀ ਵੱਡੀ ਖਬਰ ਹਰਿਆਣਾ ਤੋਂ ਹੈ ਜੀ। ਕਿਸਾਨਾਂ ਉੱਤੇ ਲਾਠੀਚਾਰਜ ਤੋਂ ਕਿਸਾਨ ਜਥੇਬੰਦੀਆਂ ਬੜੀਆਂ ਖਫਾ ਨੇ, ਤੇ ਜਦੋਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਹਦੇ ਵੀਡੀਓ ਦੇ ਵਿੱਚ ਦੇਖਿਆ ਵੀ ਇੱਕ ਪੁਲਿਸ ਕਰਮਚਾਰੀ ਤਾਂ ਧੂ ਕੇ ਜਿਹੜਾ ਹੈਗਾ ਅੰਤ ਤੱਕ ਉਹਨੂੰ ਜਿਹੜਾ ਹੈਗਾ ਕਿਸਾਨ ਨੂੰ ਲੈ ਕੇ ਜਾ ਰਿਹਾ, ਜਿਹੜਾ ਕਿ ਬੜਾ ਮੰਦਭਾਗਾ ਨਜ਼ਰ ਆਇਆ, ਬੜਾ ਮਤਲਬ ਤਰਸਯੋਗ ਜਿਹਾ ਨਜ਼ਰ ਆਇਆ ਉਹ ਵਰਤਾਰਾ, ਤੇ ਬੜਾ ਉਹਦਾ ਦਾ ਵਿਰੋਧ ਜਿਹੜਾ ਹੈਗਾ ਤੁਹਾਨੂੰ ਆਪਣੇ ਆਪ ਦੇ ਵਿੱਚ ਕਿਵੇਂ ਨਜ਼ਰ ਆਉਂਦਾ, ਤੇ ਖਫਾ ਪੰਚਾਇਤਾਂ ਜਿਹੜੀਆਂ ਹੈਗੀਆਂ ਅੱਗੇ ਕੀ ਰੁਖ ਅਖਤਿਆਰ ਕਰਨਗੀਆਂ? ਇਹ ਕਿਸਾਨਾਂ ਤੇ ਹੋਏ ਲਾਠੀਚਾਰਜ ਭਵਿੱਖ ਦੀ ਵਿੱਚ ਕਿਹੋ ਜਿਹੀ ਰਣਨੀਤੀ ਕਿਸਾਨ ਤਿਆਰ ਕਰ ਰਹੇ ਨੇ? ਕੀ ਹੈ ਪੂਰਾ ਮਾਮਲਾ ਜੀ? ਕਿਸਾਨਾਂ ਨੇ ਜਿਹੜਾ ਹੈਗਾ ਕਿ ਇੱਕ ਤਾਂ ਗੁੱਸੇ ਦਾ ਮੁਜ਼ਾਹਰਾ ਹੋ ਰਿਹਾ ਹੈਗਾ ਜਿਹੜਾ ਲਾਠੀਚਾਰਜ ਕੀਤਾ ਹੈਗਾ ਜੀ, ਉਹਦੇ ਵਿੱਚ ਕਿਸਾਨ ਨੇ ਜਿਹੜੇ ਹੈਗੇ ਆ ਉਹ ਕਿਹਾ ਕਿ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਕੜਾ ਬਣਾਈ ਰੱਖਾਂਗੇ। ਦੂਜੇ ਪਾਸੇ ਤਮਾਮ ਕਿਸਾਨ ਨੇ ਸੰਯੁਕਤ ਕਿਸਾਨ ਮੋਰਚਾ ਉਹ ਹੁਣ ਆਪਣੀ ਇੱਕ ਮੀਟਿੰਗ ਵੀ ਸੱਦ ਰਿਹਾ ਆਉਂਦੇ ਦਿਨਾਂ ਦੇ ਵਿੱਚ। ਰਾਕੇਸ਼ ਟਕੈਤ ਨੇ ਕਹਿ ਦਿੱਤਾ ਵੀ ਜਿਹੜੀ ਹੈਗੀ ਝੜੋਨੀ ਦੀ ਲੜਾਈ ਹੁਣ ਦੇਸ਼ ਭਰ ਦੀ ਲੜਾਈ ਹੋਊਗੀ, ਇਹਨੂੰ ਇੱਕ ਅਸੀਂ ਮੂਵਮੈਂਟ ਬਣਾਵਾਂਗੇ। ਝੜੋਨੀ ਨੂੰ ਦੂਜੇ ਪਾਸੇ 14 ਦਿਨਾਂ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹਿਰਾਸਤ ਵਿੱਚ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਪਲੀ ਦੇ ਵਿੱਚ ਕਿਸਾਨ ਰੈਲੀ 12 ਨੂੰ ਕਰਨ ਦੀ ਗੱਲ ਆਖੀ ਗਈ ਹੈ ਜੀ। ਤੇ ਦੂਜੇ ਪਾਸੇ ਜਿਹਨੂੰ ਆਪਾਂ ਗੱਲ ਆਖੀਏ ਕਿ ਦੇਖੋ ਇਹ ਜਿਹੜਾ ਸੂਰਜਮੁਖੀ ਵਾਲਾ ਮਾਮਲਾ ਸੀਗਾ ਹਾਂਜੀ, ਇੱਕ ਸੂਰਜਮੁਖੀ ਦੀ ਖਰੀਦ ਦਾ ਮਾਮਲਾ, ਇਹਦੇ ਵਿੱਚ ਜਿਵੇਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਹਰਿਆਣੇ ਦੇ ਵਿੱਚ ਜਿਹੜਾ ਧਰਨਾ ਦੇ ਰਹੇ ਕਿਸਾਨ ਹੈ ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਹੈਗਾ। ਤੇ ਆਮ ਤੌਰ ਦੇ ਉੱਤੇ ਇੱਕ ਭਾਰਤ ਵਿੱਚ ਨਾ ਟੋਟਲ ਜੇ ਆਪਾਂ ਦੇਖੀਏ, ਕਿਉਂਕਿ ਉਹਦਾ ਕਾਰਨ ਹੈ ਕਿ ਕਿਸਾਨਾਂ ਦੀ ਮੰਗ ਹੈ ਵੀ ਸਾਨੂੰ ਸੂਰਜਮੁਖੀ ਉੱਤੇ MSP ਮਿਲੇ, ਕਿਉਂਕਿ ਇੱਕ ਤਾਂ ਕਾਰਨ ਹੈ ਕਿ ਲਾਗਤ ਤਾਂ 6400 ਰੁਪਏ ਆ, ਕਿਸਾਨਾਂ ਨੇ ਅੱਜ 4000 ਦੇ ਹਿਸਾਬ ਨਾਲ ਇਹ ਵੇਚੀ ਹੈਗੀ ਆ, ਮਤਲਬ 2400 ਦਾ ਘਾਟਾ ਪਿਆ। ਸਰਕਾਰ ਨੇ ਫਿਰ ਕਹਿ ਦਿੱਤਾ ਸੀਗਾ ਵੀ ਦੇਖੋ ਜੀ ਅਸੀਂ ਤੁਹਾਨੂੰ 1000 ਰੁਪਏ ਐਕਸਟਰਾ ਦੇਵਾਂਗੇ ਜੇ ਤੁਹਾਨੂੰ ਘੱਟ ਮੁੱਲ ਦੇ ਉੱਤੇ ਵੇਚਣੀ ਪੈ ਰਹੀ ਹੈਗੀ ਆ। ਪਰ ਹੁਣ ਸਵਾਲ ਇਹ ਹੈਗਾ ਕਿ ਜੇਕਰ ਸਰਕਾਰ 1000 ਰੁਪਇਆ ਵੀ ਦਿੰਦੀ ਹੈ ਤਾਂ ਵੀ ਜਿਹੜਾ ਕਿਸਾਨਾਂ ਦਾ ਘਾਟਾ ਪੂਰਾ ਨਹੀਂ ਹੁੰਦਾ ਹੈਗਾ, ਉਹਨਾਂ ਦਾ ਘਰ ਨਹੀਂ ਪੂਰਾ ਹੁੰਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈਗਾ ਵੀ 1400 ਰੁਪਏ ਦਾ ਤਾਂ ਫਿਰ ਵੀ ਨੁਕਸਾਨ ਹੋ ਰਿਹਾ ਕਿਸਾਨਾਂ ਨੂੰ। ਇਹ ਸਾਰਾ ਮੁੱਦਾ ਸੀਗਾ। ਇਹਦੀ ਜੇ ਥੋੜੀ ਜਿਹੀ ਹੋਰ ਵੀ ਗੰਭੀਰਤਾ ਦੇਖਣੀ ਹੋਵੇ ਆਪਾਂ ਬਰਾੜ ਸਾਹਿਬ ਜੀ, ਉਹ ਐਂ ਦੇਖ ਸਕਦੇ ਆ ਕਿ ਰੂਸ ਤੇ ਜਿਹੜੀ ਯੂਕਰੇਨ ਹੈ ਉਹਦੀ ਜੰਗ ਦੇ ਕਰਕੇ ਜੋ ਦਰਾਮਦ ਦੇ ਵਿੱਚ ਰੁਕਾਵਟ ਆਈ ਸੀ, ਜੁਲਾਈ 22 ਦੇ ਵਿੱਚ ਜਿਹੜਾ ਹੈਗਾ ਅਨਾਜ ਦੀ ਜਿਹੜੀ ਆਵਾਜਾਈ ਦੇ ਲਈ ਸਮਝੌਤੇ ਤੋਂ ਜਿਹਨੂੰ ਕਹਿੰਦੇ ਕਿ ਬਾਅਦ ਯੂਕਰੇਨ ਨੇ ਅਨਾਜ ਤੇ ਤੇਲ ਬੀਜ ਹੈ ਜੋ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਦੀਆਂ ਮੰਡੀਆਂ ਦੇ ਵਿੱਚ ਪਹੁੰਚਾਉਣ ਲੱਗਿਆ ਸੀਗਾ। 2017-18 ਦੇ ਵਿੱਚ ਘੱਟੋ ਘੱਟ ਤੁਸੀਂ ਦੇਖੋ ਕਿ 1,45,000 ਲੱਖ ਟਨ ਜਿਹੜਾ ਹੈਗਾ 145 ਲੱਖ ਟਨ ਜਿਹੜਾ ਸੂਰਜਮੁਖੀ ਦਾ ਤੇਲ ਹੈ ਇਹਦੀ ਜਿਹੜੀ ਦਰਾਮਦ ਕੀਤੀ ਸੀ। 22-23 ਦੇ ਵਿੱਚ ਇਹ ਜਿਹੜਾ ਹੈਗਾ 80 ਲੱਖ ਟਨ ਤੱਕ ਚਲੀ ਗਈ। ਇਸ ਲਈ ਜੋ ਦੇਸ਼ ਜਿਹੜੇ ਹੈਗਾ ਜਿਣਸ ਨੂੰ ਜਿਹੜਾ ਦਰਾਮਦ ਕਰਨ ਲਈ ਜਿਹੜਾ ਖਰਚ ਕਰ ਸਕਦਾ ਵਾ, ਇਹ ਜ਼ਰੂਰੀ ਬਣ ਜਾਂਦਾ ਕਿ ਘਰੇਲੂ ਪੈਦਾਵਾਰ ਦਾ ਸਹਾਰਾ ਦੇਣ ਦੇ ਲਈ ਕਿਸਾਨਾਂ ਤੋਂ ਇਹ ਫਸਲ ਹੈ ਉਹ ਤਰਜੀਹ ਦੇ ਆਧਾਰ ਦੇ ਉੱਤੇ ਲਈ ਜਾਵੇ ਤੇ ਖਰੀਦੀ ਜਾਵੇ। ਭਾਰਤ ਸੂਰਜਮੁਖੀ ਦਾ ਤੇਲ ਦਰਾਮਦ ਕਰਨ ਵਾਲਾ ਤੁਹਾਨੂੰ ਪਤਾ ਵੀ ਦੁਨੀਆ ਦੇ ਵਿੱਚ ਦੂਜੇ ਨੰਬਰ ਦਾ ਮੁਲਕ ਹੈਗਾ, ਤੇ ਇਹਦੇ ਨਾਲ ਹੀ ਬਿਹਾਰ, ਹਰਿਆਣਾ, ਕਰਨਾਟਕ, ਮਹਾਰਾਸ਼ਟਰ, ਉੜੀਸਾ ਇਹ ਤਾਂ ਭਾਰਤ ਦੇ ਕੁਝ ਇਹੋ ਜਿਹੇ ਸਟੇਟ ਨੇ ਜਿੱਥੇ ਸੂਰਜਮੁਖੀ ਦੀ ਕਾਸ਼ਤ ਹੁੰਦੀ ਹੈ। ਤੇ ਇਹਦੇ ਵਿੱਚੋਂ ਵੱਡਾ ਹਿੱਸਾ ਵਾ ਦੇਸ਼ ਦੀ ਜਿਹੜੀ ਪੈਦਾਵਾਰ ਦਾ, ਉਹ ਲਗਭਗ ਤੁਸੀਂ ਮੰਨ ਕੇ ਚੱਲੋ ਵੀ 48% ਹਿੱਸਾ ਕਰਨਾਟਕ ਪੈਦਾ ਕਰਦਾ, ਬਾਕੀ ਫਿਰ ਹੋਰ ਸੂਬਿਆਂ ਦੀ ਵਾਰੀ ਆਉਂਦੀ ਹੈ। ਉੜੀਸਾ ਦੇ ਵਿੱਚ ਇਹ 9.4% ਆ, ਪਰ ਉਸ ਤੋਂ ਬਾਅਦ ਅਗਲਾ ਨੰਬਰ ਫਿਰ ਹਰਿਆਣੇ ਦਾ ਆਉਂਦਾ। ਹਰਿਆਣੇ ਵਿੱਚ ਇਹ 7.9% ਜਿਹੜੀ ਹੈਗੀ ਆ ਪੈਦਾ ਕੀਤੀ ਜਾਂਦੀ ਹੈ। ਤੀਜੇ ਨੰਬਰ ਤੇ ਹਰਿਆਣਾ ਆ ਜਾਂਦਾ। ਸੂਰਜਮੁਖੀ ਹੈ ਜਿਹੜਾ ਇਹ ਘੱਟੋ ਘੱਟ ਸਮਰਥਨ ਮੁੱਲ ਆਪਾਂ ਨੂੰ ਪਤਾ ਵੀ 6400 ਰੁਪਏ ਪ੍ਰਤੀ ਕੁਆਂਟਲ ਤੈਅ ਕੀਤਾ ਗਿਆ ਸੀ, ਪਰ ਕਿਸਾਨਾਂ ਨੇ ਜਿਵੇਂ 4000 ਦੇ ਉੱਤੇ ਕੀਤਾ। ਉਹਦੇ ਲਈ ਇਹਨਾਂ ਨੂੰ ਲਾਰੇ ਲਾਏ ਗਏ ਬਥੇਰੇ ਸਾਰੇ, ਉਹ ਲਾਰੇ ਵਫਾ ਨਹੀਂ ਕੀਤੇ ਗਏ ਤੇ ਇਹ ਤਮਾਮ ਮੁੱਦਾ ਸੀ। ਇਹਨੂੰ ਲੈ ਕੇ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ। ਹੁਣ ਫਿਲਹਾਲ ਦੇਖਦੇ ਆ ਕਿ ਇਹ ਮੰਗ ਜਿਹੜਾ ਉਹਨਾਂ ਦਾ ਪ੍ਰੋਟੈਸਟ ਆ ਅੱਗੇ ਜਾ ਕੇ ਕੀ ਰੰਗ ਲਿਆਉਂਦਾ
ਦੂਜੀ ਗੱਲ ਇੱਕ ਹੋਰ ਮੇਰੇ ਜ਼ਿਹਨ ਦੇ ਵਿੱਚ ਸਵਾਲ ਦੇ ਰੂਪ ਵਿੱਚ ਉੱਭਰ ਰਹੀ ਹੈ ਜੀ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਚਾਨਣਾ ਪਾਇਓ ਕਿ ਕਿਤੇ ਨਾ ਕਿਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਸਰਕਾਰਾਂ ਸਮੇਂ ਦੀਆਂ ਨੇ ਜਿਹੜੀਆਂ ਇਹਨਾਂ ਨੂੰ ਵਾਜਬ ਮੁੱਲ ਕਿਸਾਨਾਂ ਨੂੰ ਨਾ ਦੇ ਕੇ ਉਹਨਾਂ ਦੇ ਰੁਜ਼ਗਾਰ ਵਪਾਰ ਨੂੰ ਵਧਾਉਣ ਦੀ ਗੱਲ ਕਰਦੀ ਹੈ। ਇਹੀ ਕਾਰਨ ਹੈ ਕਿਉਂਕਿ ਜਿਹੜਾ ਨਾ ਇੱਕ ਕਾਰਪੋਰੇਟ ਨੀਤੀ ਮਾਡਲ ਅਪਣਾ ਲਿਆ ਨਾ ਇਹਨਾਂ ਨੇ, ਉਹ ਉਸੇ ਮਾਡਲ ਤਹਿਤ ਇਹ ਕੰਮ ਹੋ ਰਿਹਾ ਹੈਗਾ। ਇਹ ਬਸ ਤੁਹਾਡਾ ਜਿੰਨਾ ਕਿ ਉਹ ਲਿੰਕ ਜਿਵੇਂ ਉਹ ਕਿਸਾਨ ਬਿੱਲਾਂ ਦਾ ਸੀਗਾ, ਉਹ ਵੀ ਉਸੇ ਦਿਸ਼ਾ ਵਾਲੀ ਕਦਮ ਸੀਗਾ, ਇਹ ਵੀ ਲਗਭਗ ਉਸੇ ਦਿਸ਼ਾ ਵਾਲਾ ਸਰਕਾਰ ਅੰਦਰ ਖਾਤੇ ਉਹ ਦਿਸ਼ਾ ਵੱਲ ਵਧੀ ਜਾ ਰਹੀ ਹੈ। ਜੀ ਜੀ ਬਿਲਕੁਲ। ਦੂਸਰੀ ਵੱਡੀ ਜਿਹੜੀ ਖਬਰ ਆ, ਪੰਜਾਬ ਸਰਕਾਰ ਕਹਿ ਰਿਹਾ ਕਿ ਵਿਸ਼ੇਸ਼ ਸੈਸ਼ਨ ਜਿਹੜਾ ਹੈਗਾ ਉਹ ਬੁਲਾਉਣ ਦੇ ਚਰਚੇ ਆ, ਤੇ ਕੀ ਵਿਸ਼ੇਸ਼ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਰੁਖ ਰਹੇਗਾ ਪੰਜਾਬ ਸਰਕਾਰ ਦਾ, ਵਿਰੋਧੀ ਪਾਰਟੀਆਂ ਦਾ, ਤੇ ਕਿੰਨਾ ਕੁ ਲਾਹਾ ਪੰਜਾਬ ਨੂੰ ਮਿਲਣ ਦੀ ਉਮੀਦ ਹੈ ਇਸ ਨਵੇਂ ਵਿਸ਼ੇਸ਼ ਸੈਸ਼ਨ ਤੋਂ? ਇਹਦੇ ਵਿੱਚ ਆਮ ਤੌਰ ਦੇ ਉੱਤੇ ਹੁੰਦਾ ਕਿ ਕੁਝ ਖਾਸ ਮੁੱਦਿਆਂ ਦੇ ਉੱਤੇ ਨਾ ਸੂਬਾ ਸਰਕਾਰ ਹੋਵੇ, ਸੈਂਟਰ ਸਰਕਾਰ ਹੋਵੇ, ਸੂਬਾ ਸਰਕਾਰ ਦੀ ਵਿਧਾਨ ਸਭਾ ਦਾ ਤੇ ਸੈਂਟਰ ਸਰਕਾਰ ਲੋਕ ਸਭਾ ਦਾ ਜਾਂ ਸੰਸਦ ਦਾ ਜਿਹੜਾ ਇਜਲਾਸ ਬੁਲਾ ਸਕਦੀ ਹੁੰਦੀ ਹੈ। ਇਹਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ 2 ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜੀ। ਇਹਦੇ ਵਿੱਚ ਅਹਿਮ ਜੋ ਚੀਜ਼ਾਂ ਸਾਹਮਣੇ ਆ ਰਹੀਆਂ, ਹਾਲੇ ਤਾਂ ਸਿਰਫ ਇੱਧਰ ਉੱਧਰ ਦੇ ਸਰੋਤ ਨੇ, ਕੱਚੇ ਪੱਕੇ ਉਹਨਾਂ ਤੋਂ ਵੀ ਆ ਰਹੀਆਂ ਨੇ ਕਿ 19 ਜੂਨ ਅਤੇ 20 ਜੂਨ ਨੂੰ ਇਹ ਸੈਸ਼ਨ ਹੋ ਸਕਦਾ। ਇਹਦੇ ਵਿੱਚ ਭਗਵੰਤ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਨੇ ਇਹ ਸੈਸ਼ਨ ਬੁਲਾਏ ਜਾਣ ਦੇ ਬਾਰੇ ਗੱਲ ਆਖੀ ਆ। ਏਜੰਡੇ ਕੁਝ ਖਾਸ ਏਜੰਡੇ ਹੋਣਗੇ ਜਿਨ੍ਹਾਂ ਨੂੰ ਹਰੀ ਝੰਡੀ ਦਿੱਤੀ ਜਾਊ, ਜਾਂ ਕਹਿ ਲਓ ਕਿ ਕੁਛ ਇਹੋ ਜਿਹੇ ਬਿੱਲ ਵਗੈਰਾ ਲਿਆਂਦੇ ਜਾਣਗੇ। ਉਸ ਤੋਂ ਪਹਿਲਾਂ ਜਿਹੜਾ ਹੈਗਾ 10 ਜੂਨ ਤੇ 12 ਜੂਨ ਨੂੰ ਕੈਬਨਿਟ ਦੀ ਮੀਟਿੰਗ ਦੀ ਸੰਭਾਵਨਾ। ਇਸ ਵਾਰ ਵੀ ਜਿਹੜਾ ਕੈਬਨਿਟ ਹੈ ਮੀਟਿੰਗ ਹੈ ਉਹ ਚੰਡੀਗੜ੍ਹ ਤੋਂ ਬਾਹਰ ਹੋਣੀ ਹੈ ਜੀ। ਤੇ ਦੱਸਿਆ ਜਾ ਰਿਹਾ ਕਿ ਇਹ ਪੰਜਾਬ ਸਰਕਾਰ ਦੇ 2 ਦਿਨਾਂ ਵਿਸ਼ੇਸ਼ ਸੈਸ਼ਨ ਲਈ ਅਹਿਮ ਬਿੱਲ ਹੋਣਾ। ਉਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਕੱਢੇ ਗਏ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ 10 ਸਾਲ ਦੀ ਸਰਵਿਸ ਵਿੱਚ ਕੁਝ ਸਮੇਂ ਦੀ ਢਿੱਲ ਦਿੱਤੀ ਗਈ ਹੈ। ਨਾਲ ਦੀ ਨਾਲ ਹੀ ਸਰਕਾਰ ਇਹ ਵੀ ਸੋਚ ਰਹੀ ਹੈ ਵੀ ਲੰਮੇ ਸਮੇਂ ਤੋਂ ਜੋ ਸੇਵਾਵਾਂ ਕਰ ਰਹੇ ਨੇ ਕੱਚੇ ਮੁਲਾਜ਼ਮ, ਉਹਨਾਂ ਦੇ ਕੇਸ ਨੂੰ ਅਸੀਂ ਮਾਨਵਤਾ ਦੇ ਆਧਾਰ ਦੇ ਉੱਤੇ ਵਿਚਾਰਿਆ ਜਾਵੇ। ਖੇਤੀ ਵਿਭਿੰਨਤਾ ਦੇ ਮਾਮਲੇ ਵਿੱਚ ਕੈਬਨਿਟ ਦੀ ਮੀਟਿੰਗ ਵਿਚਾਰੇ ਜਾਣੇ ਨੇ, ਪਰ ਉਹ ਜਿਹੜੇ ਹੁਣ ਹੋਣੀ ਹੈ ਮੀਟਿੰਗ, ਉਹਦੇ ਵਿੱਚ ਕਿਸ ਤਰ੍ਹਾਂ ਦੇ ਅੱਗੇ ਹੋਰ ਆਰਡੀਨੈਂਸ ਲਿਆ ਸਕਦੀ ਹੈ ਸਰਕਾਰ, ਇਹਦੇ ਬਾਰੇ ਸਿਰਫ ਹਾਲੇ ਅਫਵਾਹਾਂ ਦਾ ਬਾਜ਼ਾਰ ਹੀ ਹੈ, ਇਹ ਕਹਿਣਾ ਮੁਸ਼ਕਿਲ ਹੈ ਜੀ। ਰੁੱਖ ਕਰਦੇ ਹਾਂ ਬਿਹਾਰ ਦਾ। ਪਟਨਾ ਵਿੱਚ ਵਿਰੋਧੀ ਪਾਰਟੀ ਦੀ ਮੀਟਿੰਗ ਜਿਹੜੀ ਹੈ ਉਹ 23 ਜੂਨ ਨੂੰ ਕਹਿੰਦੇ ਹੋਣੀ ਹੈ। ਆਪਣੇ ਆਪ ਦੇ ਵਿੱਚ ਬਿਹਾਰ ਦੀ ਰਾਜਨੀਤੀ ਕੀ ਰੁੱਖ ਅਖਤਿਆਰ ਕਰ ਰਹੀ ਹੈ ਜੀ? ਅਸਲ 'ਚ ਪਹਿਲਾਂ ਜਿਹੜੀ ਮੀਟਿੰਗ ਹੋਣੀ ਸੀਗੀ 12 ਤਰੀਕ ਦੀ ਸੀਗੀ, ਉਹਦੇ ਵਿੱਚ ਕਿਸੇ ਬਹੁਤੇ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਗਏ ਹੋਏ ਸੀਗੇ ਇੱਧਰ ਉੱਧਰ ਸੀ, ਜਿਵੇਂ ਰਾਹੁਲ ਗਾਂਧੀ ਆਪਾਂ ਨੂੰ ਪਤਾ ਬਾਹਰ ਗਏ ਹੋਏ ਨੇ ਜੀ, ਤੇ ਕੁਝ ਨੇ ਕੋਈ ਦਿਲਚਸਪੀ ਵੀ ਨਹੀਂ ਦਿਖਾਈ ਹੈਗੀ ਵੀ ਅਸੀਂ ਇਹਦੇ ਵਿੱਚ ਆਉਣਾ ਹੈਗਾ। ਉਹਦਾ ਕਾਰਨ ਹੈ ਕਿ ਆਪਾਂ ਨੂੰ ਪਤਾ ਵੀ ਹਾਲੇ ਵੀ ਵਿਰੋਧੀ ਧਿਰ ਜਿਹੜੀ ਹੈਗੀ ਉਹ ਵੰਡੀ ਹੋਈ ਹੈ, ਤੇ ਹੁਣ ਜਾ ਕੇ ਇਹਨਾਂ ਵਿੱਚ ਏਕਤਾ ਕਰਾਉਣ ਦੀ ਗੱਲ ਕਰ ਰਹੇ ਹੈਗੇ ਨੇ। ਉਹ ਕਰਦੇ ਹੈਗੇ ਨੇ ਨਿਤੀਸ਼ ਕੁਮਾਰ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਉਪ ਮੁੱਖ ਮੰਤਰੀ ਜਿਹੜਾ ਹੈਗਾ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਜੀ। ਇਹਨਾਂ ਦੀ ਕੋਸ਼ਿਸ਼ਾਂ ਹੁਣ ਇਹ ਦਾਅਵਾ ਕਰ ਰਹੇ ਨੇ ਵੀ ਸਾਡੀਆਂ ਕੋਸ਼ਿਸ਼ਾਂ ਭਾਈ ਰੰਗ ਲਿਆ ਰਹੀਆਂ ਨੇ, ਜਿਹਦੇ ਤਹਿਤ ਇਹ ਕਹਿ ਰਹੇ ਹੈਗੇ ਨੇ ਕਿ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਮੰਨ ਗਈਆਂ ਉਹਦੇ ਲਈ, ਚਾਹੇ ਰਾਹੁਲ ਗਾਂਧੀ ਹੋਵੇ, ਚਾਹੇ ਕੇਜਰੀਵਾਲ ਹੋਵੇ, ਚਾਹੇ ਮਮਤਾ ਬੈਨਰਜੀ ਹੋਵੇ, ਸਭ ਨੇ ਇੱਕ ਤਰ੍ਹਾਂ ਨਾਲ ਹਾਂ ਕਰ ਦਿੱਤੀ ਆ। ਤੇ ਉਹ ਕਹਿੰਦੇ MK ਸਟਾਲਿਨ ਦੀ ਵੀ ਹਾਂ ਦੀ ਗੱਲ ਕਰ ਰਹੇ ਹੈਗੇ ਨੇ। ਇਸ ਕਰਕੇ ਉਹ ਕਹਿੰਦੇ ਇਹ ਸਾਰੇ ਨੂੰ ਅਸੀਂ ਦੇਖਦੇ ਹੋਏ ਹੁਣ ਦੁਬਾਰੇ ਨਵੇਂ ਸਿਰੋਂ ਤਰੀਕ ਮੁਕਰਰ ਕੀਤੀ ਹੈ। 23 ਤਰੀਕ ਨੂੰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਹ ਮੀਟਿੰਗ ਵਿੱਚ ਪਟਨਾ ਦੇ ਵਿੱਚ ਹੋਣੀ ਹੈ, ਤੇ ਇਹਦੇ ਵਿੱਚ ਰਾਹੁਲ, ਮਮਤਾ, ਕੇਜਰੀਵਾਲ, ਸਟਾਲਿਨ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਏ ਨੇ। ਇਹ ਤੇਜਸਵੀ ਹੋਰਾਂ ਨੇ ਵੱਖਰਾ ਇੱਕ ਬਿਆਨ ਦਿੱਤਾ ਹੈਗਾ। ਸੋ ਇਹਦੇ ਵਿੱਚ ਆਇਆ ਵੀ ਮੀਟਿੰਗ ਇੱਕ ਪਹਿਲਾ ਪੜਾਅ ਹੋ ਸਕਦਾ ਹੈਗਾ ਇਹਨਾਂ ਦੀ ਰਣਨੀਤੀ ਦਾ। ਇਹਨਾਂ ਵਿੱਚ ਹਾਲੇ ਵੀ ਆਪਣੇ ਵਿੱਚ ਮਤਭੇਦ ਕਈ ਹੈਗੇ ਨੇ, ਉਹ ਮਤਭੇਦਾਂ ਨੂੰ ਕਿਵੇਂ ਇਹ ਲੜਦੇ ਨੇ ਜਾਂ ਕਿਵੇਂ ਸੋਲਵ ਕਰਦੇ ਨੇ, ਉਹ ਅੱਗੇ ਜਾ ਕੇ ਆਪਾਂ ਨੂੰ ਦੇਖਣਾ ਹੋਵੇਗਾ। ਬਿਲਕੁਲ ਜੀ। ਦੂਸਰਾ, ਬੀਜੇਪੀ ਦਾ ਕਿਹੋ ਜਿਹਾ ਰੁਖ ਰਹੇਗਾ ਫਿਰ ਜੇਕਰ ਇਹ ਸਾਰੇ ਇਕੱਠੇ ਹੋ ਰਹੀਆਂ ਵਿਰੋਧੀ ਪਾਰਟੀਆਂ, ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਸੱਤਾ 'ਚ ਭਾਰਤੀ ਜਨਤਾ ਪਾਰਟੀ, ਤਾਂ 24 ਦੇ ਲਈ ਉਹਨਾਂ ਨੇ ਵੀ ਜਿਹੜੀਆਂ ਹੈਗੀਆਂ ਤਿਆਰੀਆਂ ਆਪਦੀਆਂ ਖਿੱਚੀਆਂ ਹੋਈਆਂ, ਤਾਂ ਤੁਹਾਨੂੰ ਕੀ ਲੱਗ ਰਿਹਾ ਕਿਸੇ ਵੀ ਪ੍ਰਦੇਸ਼ ਦੇ ਵਿੱਚ ਜਾਂ ਬੀਜੇਪੀ ਦੀਆਂ ਗਤੀਵਿਧੀਆਂ ਤੋਂ ਕਿਸ ਤਰੀਕੇ ਨਾਲ ਕਾਊਂਟਰ ਕਰਦੇ ਨਜ਼ਰ ਆ ਰਹੇ ਆ ਫਿਰ ਸੱਤਾ ਪੱਖ? ਬੀਜੇਪੀ ਦਾ ਤਾਂ ਨਾ ਇੱਕ ਸਾਫ਼ ਹੈਗਾ, ਉਹਨਾਂ ਨੂੰ ਨਾ ਇਹ ਲੱਗਦਾ ਕਿ ਆਪਾਂ ਸ਼ਾਇਦ ਪਤਾ ਨਹੀਂ ਕਿਸੇ ਹੋਰ ਮੰਚ ਤੇ ਜਾਂ ਇਸ ਮੰਚ ਤੇ ਮੈਂ ਗੱਲ ਕੀਤੀ ਵੀ ਉਹਨਾਂ ਨੂੰ ਕੋਈ ਨਾ ਭਾਈਵਾਲਾਂ ਦੀ ਲੋੜ ਨਹੀਂ ਮਹਿਸੂਸ ਕਰਦੇ। ਉਹ ਉਹਨਾਂ ਨੂੰ ਹੋਏਗਾ ਵੀ
ਸਾਡਾ ਫਿਰਕੂ ਧਰੂਵੀਕਰਨ ਦਾ ਪੱਤਾ ਉਹ ਚੱਲ ਜੂਗਾ। ਭਾਈਵਾਲ ਬਸ ਜਿਹੜੇ ਜੁੜਦੇ ਨੇ ਜੁੜ ਜਾਣ, ਜਿਹੜੇ ਨਹੀਂ ਜੁੜਦੇ ਨਾ ਜੁੜਨ, ਕਿਉਂਕਿ ਉਹਨਾਂ ਨੇ ਪਿਛਲੀ ਵਾਰ ਜਦੋਂ 300 ਤੋਂ ਉੱਤੇ ਸੀਟਾਂ ਇਕੱਲਿਆਂ ਨੇ ਲੈ ਲਈਆਂ, ਉਹਨਾਂ ਦੇ ਹੌਸਲਾ ਵਧਿਆ ਹੋਇਆ ਹੈਗਾ। ਹੁਣ ਵੀ ਉਹ ਮੰਨਦੇ ਨੇ ਵੀ ਸਾਡਾ ਜਿਹੜਾ ਕਾਠ ਦੀ ਹਾਂਡੀ ਆ ਉਹ ਇਸ ਵਾਰ ਵੀ ਸਾਡੀ ਚੜ੍ਹ ਜੂਗੀ। ਇਸ ਵਾਰ ਵੀ ਅਸੀਂ ਉਹੀ ਮੁੱਦੇ, ਸੈਂਸਿਟਿਵ ਮੁੱਦੇ, ਪਾਕਿਸਤਾਨ, ਮੁਸਲਮਾਨ, ਹਿੰਦੂ ਖਤਰੇ ਦੇ ਵਿੱਚ, ਲਵ ਜਿਹਾਦ, ਇਹਨਾਂ ਸਿਰ ਤੇ ਆਪਣੀ ਲੜਾਈ ਲੜਨੀ ਹੈ। ਇਹ ਆਪਾਂ ਨੂੰ ਪਤਾ ਲੱਗ ਗਿਆ ਸੀ ਜਦੋਂ ਇਹਨਾਂ ਨੇ ਕਰਨਾਟਕ ਦੀਆਂ ਚੋਣਾਂ ਦੇ ਵਿੱਚ ਵੀ ਇਹੀ ਮੁੱਦੇ ਨੂੰ ਅਹਿਮ ਮੁੱਦਾ ਬਣਾਇਆ ਸੀ, ਤੇ ਐਤਕੀ ਵੀ ਇਹ ਲਗਭਗ ਉਹੀ ਕੁਛ ਕਰਨ ਲੱਗੇ ਹੋਏ ਨੇ। ਜਿਹੜਾ 888 ਵਾਲਾ ਨਵਾਂ ਸਦਨ ਜਿਹੜਾ ਹੈਗਾ ਉਹ ਕਿਹੋ ਜਿਹੀ ਭੂਮਿਕਾ ਨਿਭਾਊਗਾ? ਉਹ 888 ਵਾਲਾ ਜਿਹੜਾ ਕੌਣ ਬਣ ਰਿਹਾ ਜੀ, ਉਹ ਕੀ ਲੱਗਦਾ ਤੁਹਾਨੂੰ? ਕਿਹੜੇ ਰਾਜ ਦੇ ਵਿੱਚੋਂ ਕਿੰਨੀਆਂ ਸੀਟਾਂ ਵਧਣ ਦੀ ਉਮੀਦ ਆ, ਤੇ ਉਹਦੇ ਤੇ ਬੀਜੇਪੀ ਦੀ ਰਣਨੀਤੀ ਜਿਹੜੀ ਹੈਗੀ ਆ, ਕਿੰਨੀ ਕੁ ਬੀਜੇਪੀ ਨੂੰ ਲਾਹਾ ਭਵਿੱਖ ਦੇ ਵਿੱਚ ਮਿਲ ਸਕਦਾ? ਬੀਜੇਪੀ ਬਣਾਈ ਇਹ ਰਹੀ ਹੈ ਵੀ ਸਾਨੂੰ ਇਹਦੇ ਵਿੱਚ ਲਾਹਾ ਮਿਲੇ ਜੀ, ਕਿਉਂਕਿ ਕਈ ਥਾਵਾਂ ਉੱਤੇ ਤਾਂ ਇਹਨੇ ਜਨਸੰਖਿਆ ਦੇ ਹਿਸਾਬ ਨਾਲ ਕੀਤਾ, ਕਈ ਥਾਵਾਂ ਉੱਤੇ ਖੇਤਰਫਲ ਦੇ ਹਿਸਾਬ ਨਾਲ, ਜਿਵੇਂ ਕਸ਼ਮੀਰ 'ਚ ਖੇਤਰਫਲ ਦੇ ਹਿਸਾਬ ਨਾਲ ਕਰਨ ਲੱਗੀ ਹੋਈ ਹੈ ਜੀ। ਉਹਦੇ ਵਿੱਚ ਇਹਨਾਂ ਦੀ ਇਹ ਸਿੱਧੀ ਇੱਕ ਸਪਸ਼ਟ ਤੌਰ ਦੇ ਉੱਤੇ ਜਿਹੜੀ ਨਾ ਪਾਲਿਸੀ ਹੈਗੀ ਆ ਵੀ ਇਹ ਫਾਇਦਾ ਜਿਹੜਾ ਅਸੀਂ ਕਿਵੇਂ ਚੁੱਕੀਏ, ਤੇ ਉਹਦੇ ਲਈ ਇਹ ਕੋਸ਼ਿਸ਼। ਦੂਜੀ ਚੀਜ਼ ਇਹ ਹੈਗੀ ਆ, ਮੈਨੂੰ ਇਹ ਲੱਗਦਾ ਵੀ ਜਿਹੜਾ ਨਾ ਇਹ ਸੰਸਦ ਦੀ ਸੀਟਾਂ ਬਣਨਗੀਆਂ, ਇਹ ਤੋਂ ਪਹਿਲਾਂ ਸ਼ਾਇਦ ਜਨਗਣਨਾ ਵੀ ਹੋਵੇ, ਕਿ ਹੁਣ ਬਹੁਤ ਸਾਰੇ ਮਾਹਰ ਤੰਤਰੋਂ ਇਹ ਵੀ ਕਹਿ ਰਹੇ ਨੇ ਕਿ ਵੀ ਸਾਨੂੰ ਇਹ ਲੱਗਦਾ ਵੀ ਸਰਕਾਰ ਜਿਹੜੀ ਹੈਗੀ ਆ ਵੀ ਕਿਤੇ ਇਹ ਲੋਕ ਸਭਾ ਦੀਆਂ ਚੋਣਾਂ ਹੀ ਨਾ ਅੱਗੇ ਪਾ ਦੇਵੇ। ਮਤਲਬ ਇਹ ਖਦਸ਼ੇ ਨੇ ਕੁਝ ਲੋਕਾਂ ਦੇ। ਹਾਲਾਂਕਿ ਇਹ ਮੁਸ਼ਕਿਲ ਹੈ ਕੰਮ, ਪਰ ਹੁਣ ਜਦੋਂ ਤੁਹਾਨੂੰ ਪਤਾ ਵੀ ਇੱਦਾਂ ਦੀ ਸਰਕਾਰ ਸੱਤਾ ਜਾਵੇ, ਕੁਛ ਵੀ ਮੁਸ਼ਕਿਲ ਨਹੀਂ ਹੁੰਦਾ ਹੈਗਾ। ਵੀ ਦੇਖੋ ਜੀ, ਉਹ ਕਹੇ ਵੀ ਪਹਿਲਾਂ ਤਾਂ ਜਨਗਣਨਾ ਕਰਾਉਣੀ ਆ, ਤੇ ਜਨਗਣਨਾ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਸੀਟਾਂ ਦੀ ਵੰਡ ਹੋਣੀ ਹੈਗੀ ਆ। ਤੁਹਾਨੂੰ ਪਤਾ ਵੀ ਅਜੇ ਤੱਕ ਵੀ ਉਹ ਜਨਗਣਨਾ ਦਾ ਕੋਈ ਕੰਮ ਨਹੀਂ ਚੱਲਿਆ ਹੈਗਾ ਅਜੇ ਤੱਕ, ਹੈ। ਤਾਂ ਇਸ ਕਰਕੇ ਬੜਾ ਕੁਛ ਮਤਲਬ ਹੋ ਸਕਦਾ ਹੈਗਾ। ਪਰ ਤੁਹਾਡਾ ਜਿਹੜਾ ਮੇਨ ਸਵਾਲ ਸੀ ਵੀ ਕੀ ਉਹ ਜਿਹੜਾ 800 ਤੋਂ ਉੱਪਰ ਸੀਟਾਂ ਨੇ ਜਿਹੜੀਆਂ, ਕੀ ਉਹ 800 ਤੋਂ ਉੱਪਰ ਸੀਟਾਂ ਬੀਜੇਪੀ ਆਪਣੇ ਫਾਇਦੇ ਕੁਛ ਕਰ ਰਹੀ ਆ? ਹਾਂ, ਉਹ ਐਂਗਲ ਹੋ ਸਕਦਾ, ਕਿਉਂਕਿ ਬੀਜੇਪੀ ਨੇ ਉਹਦੇ ਵਿੱਚ ਜਿਹੜਾ ਇੱਕ ਉਹਨਾਂ ਨੇ ਇੱਕ ਪੈਮਾਨਾ ਰੱਖਿਆ ਹੋਇਆ। ਉਹ ਪੈਮਾਨਾ ਹਾਲੇ ਜਿਵੇਂ ਦਲੀਲਾਂ ਦਿੱਤੀਆਂ ਜਾ ਰਹੀਆਂ, ਸਾਨੂੰ ਨਹੀਂ ਪਤਾ ਹਾਲੇ ਹੋਰ ਅੱਗੇ ਜਾ ਕੇ ਇਹਨਾਂ ਨੇ ਕੀ ਉਹਦੀ ਰੂਪ ਰੇਖਾ ਖਿੱਚਣੀ ਆ, ਪਰ ਉਹ ਪੈਮਾਨਾ ਇੱਕ ਸਾਇੰਟੀਫਿਕ ਪੈਮਾਨਾ ਨਹੀਂ ਹੈਗਾ ਜੀ। ਦੂਸਰੀ ਗੱਲ, ਕੁਕੀ ਭਾਈਚਾਰਾ ਜਿਹੜਾ ਹੈ ਉਹ ਦੇਸ਼ ਦੇ ਗ੍ਰਹਿ ਮੰਤਰੀ ਤੇ ਬੀਜੇਪੀ ਦੇ ਬਾਹੂਬਲੀ ਕਹਿ ਦਈਏ ਅਮਿਤ ਸ਼ਾਹ ਹੋਰਾਂ ਵਿਰੁੱਧ ਪ੍ਰਦਰਸ਼ਨ ਕਰਦਾ ਮਣੀਪੁਰ ਮਾਮਲੇ ਤੇ ਆਪਣੇ ਆਪ ਦੇ ਵਿੱਚ ਉੱਥੇ ਬੀਜੇਪੀ ਦੀ ਸਥਿਤੀ ਕਿਹੋ ਜਿਹੀ ਹੈ ਤੇ ਹਾਲਾਤ ਕੀ ਨੇ ਹੁਣ ਮਣੀਪੁਰ ਦੇ? ਮਣੀਪੁਰ ਦੇ ਕੁਕੀ ਭਾਈਚਾਰੇ ਨਾਲ ਸੰਬੰਧਿਤ ਇੱਕ ਔਰਤਾਂ ਦਾ ਗਰੁੱਪ ਸੀਗਾ, ਸਮੂਹ ਨੇ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉੱਤਰ ਪੂਰਬੀ ਰਾਜ ਦੇ ਵਿੱਚ ਜਾਰੀ ਹਿੰਸਾ ਦਾ ਵਿਰੋਧ ਕੀਤਾ, ਤੇ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿੱਚ ਕੁਕੀ ਜਾਨਾਂ ਬਚਾਓ ਦੇ ਸੁਨੇਹੇ ਵਾਲੀਆਂ ਤਖਤੀਆਂ ਟੰਗੀਆਂ ਹੋਈਆਂ ਸੀ ਜੀ। ਇਹਦੇ ਵਿੱਚ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਚੋਂ 4 ਜਣਿਆਂ ਨੂੰ ਮੀਟਿੰਗ ਦੇ ਲਈ ਗ੍ਰਹਿ ਮੰਤਰੀ ਦੀ ਰਿਹਾਇਸ਼ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਤੇ ਬਾਕੀਆਂ ਨੂੰ ਜੰਤਰ ਮੰਤਰ ਵਿਖੇ ਤਬਦੀਲ ਕਰ ਦਿੱਤਾ ਗਿਆ। ਮਣੀਪੁਰ ਦੇ ਵਿੱਚ ਪਿਛਲੇ 1 ਮਹੀਨੇ ਤੋਂ ਜਾਰੀ ਨਸਲੀ ਹਿੰਸਾ ਦੇ ਵਿੱਚ 98 ਵਿਅਕਤੀਆਂ ਦੀ ਜਾਨ ਚਲੀ ਗਈ ਹੈ। 310 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ, ਤੇ ਸੂਬੇ ਦੇ ਵਿੱਚ ਚੱਲ ਰਹੇ 272 ਰਾਹਤ ਕੈਂਪਾਂ ਦੇ ਵਿੱਚੋਂ 37,450 ਲੋਕਾਂ ਨੇ ਪਨਾਹ ਲਈ ਹੋਈ ਹੈ। ਮੈਤੇਈ ਭਾਈਚਾਰੇ ਦੀ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦੇ ਖਿਲਾਫ 3 ਮਈ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹਿਆਂ ਦੇ ਵਿੱਚ ਕਬਾਇਲੀ ਇਕਜੁੱਟਤਾ ਮਾਰਚ ਵੀ ਕੱਢੇ ਗਏ। ਹਿੰਸਾ ਭੜਕੀ ਸੀ ਇੱਥੇ। ਦੂਜੇ ਪਾਸੇ ਕਾਂਗਰਸ ਦੋਸ਼ ਲਾ ਰਹੀ ਹੈ ਵੀ ਜੋ ਬੀਜੇਪੀ ਹੈ ਤੇ ਪ੍ਰਧਾਨ ਮੰਤਰੀ ਆ, ਉਹਨੇ ਚੁੱਪੀ ਧਾਰੀ ਹੋਈ ਹੈ ਇਸ ਮੁੱਦੇ ਦੇ ਉੱਤੇ। ਮਣੀਪੁਰ ਦੇ ਵਿੱਚ ਹਿੰਸਕ ਹਜੂਮ ਨੇ ਕੱਲ ਅਸੈਂਬਲੀ ਨੂੰ ਵੀ ਜਿਹੜਾ ਹੈਗਾ ਇੱਕ ਐਂਬੂਲੈਂਸ ਨੂੰ ਵੀ ਅੱਗ ਲਾ ਦਿੱਤੀ, ਜਿਹਦੇ ਵਿੱਚ ਮਾਂ ਪੁੱਤ ਸਮੇਤ 3 ਜਾਣੇ ਹਲਾਕ ਹੋਏ ਨੇ। ਸੋ ਹਿੰਸਕ ਘਟਨਾਵਾਂ ਉੱਥੇ ਰੁਕੀਆਂ ਨਹੀਂ ਹੈਗੀਆਂ। ਇਹ ਵੱਖਰੀ ਗੱਲ ਆ ਕਿ ਭਾਰਤੀ ਮੀਡੀਆ ਜਿਹੜਾ ਉਹਨੇ ਹਾਲੇ ਨਾ ਇਹਨੂੰ ਕੋਈ ਉਹ ਨਹੀਂ ਲਿਆ ਹੈਗਾ। ਉਸ ਤਰ੍ਹਾਂ ਇੱਕ ਟਾਈਮ ਤੋਂ ਬਾਅਦ ਉਹਨੇ ਖਬਰਾਂ ਦਿਖਾਉਣੀਆਂ ਵੀ ਬੰਦ ਕਰ ਦਿੱਤੀਆਂ ਕਿ ਉੱਥੇ ਹੋ ਕੀ ਰਿਹਾ। ਵੈਸੇ ਵੀ ਨਾਰਥ ਈਸਟ ਵਾਲੇ ਮਾਮਲੇ ਵਿੱਚ ਭਾਰਤੀ ਮੀਡੀਆ ਦੀ ਜਿਹੜੀ ਰਿਪੋਰਟਿੰਗ ਆ ਉਹ ਇੱਕ ਤਾਂ ਨਿਰਪੱਖ ਹੋਣ ਦੀ ਉਹਦੇ ਤੇ ਹਮੇਸ਼ਾ ਹੀ ਸ਼ੱਕ ਰਹਿੰਦਾ। ਦੂਜੀ ਚੀਜ਼ ਆ, ਉੱਥੇ ਪ੍ਰੋਪਰ ਰਿਪੋਰਟਿੰਗ ਹੁੰਦੀ ਵੀ ਨਹੀਂ ਗਰਾਊਂਡ ਦੀ ਹੈਗੀ, ਕਿਉਂਕਿ ਇੱਕ ਤਾਂ ਭਾਰਤੀ ਮੀਡੀਆ ਦਾ ਵੈਸੇ ਇੰਟਰਸਟ ਨਹੀਂ, ਇੱਕ ਜਦੋਂ ਉੱਥੇ ਉਹ ਕੋਈ ਘਟਨਾ ਵੱਡੀ ਵਾਪਰਦੀ ਵੀ ਨਹੀਂ ਹੈ ਵੀ ਆ ਉਹ ਗਰਾਊਂਡ ਤੋਂ ਪੱਤਰਕਾਰ ਦੀ ਜਗ੍ਹਾ
ਆਪਣੇ ਦਿੱਲੀ ਵਾਲੇ ਪੱਤਰਕਾਰ ਭੇਜਦੇ ਆ ਜਿਨ੍ਹਾਂ ਨੂੰ ਵੈਸੇ ਹੀ ਗਰਾਊਂਡ ਰਿਐਲਿਟੀ ਕੁਝ ਪਤਾ ਨਹੀਂ ਹੁੰਦੀ ਹੈ ਕਿ ਸੋ ਇਹ ਚੀਜ਼ਾਂ ਜਿਹੜੀਆਂ ਦਿੱਕਤਾਂ ਹੈਗੀਆਂ ਉੱਥੇ। ਪਰ ਜਿਹੜਾ ਦੁਖਾਂਤ ਖਬਰਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਜੀ ਬੜਾ ਬਰਬਰਤਾ ਦਾ ਕਿ 70 ਤੋਂ ਵੱਧ ਜਿਹੜੇ ਚਰਚ ਹੈਗੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਤਾਂ ਇੱਕ ਭਾਈਚਾਰੇ ਨੂੰ ਮਤਲਬ ਭਾਵੇਂ ਇਹ ਧਾਰਮਿਕ ਸਥਾਨ ਨੇ ਸਾਰਿਆਂ ਦੇ ਹੀ ਮਨ ਜੁੜੀ ਜਾਂਦੀ ਹੈ, ਭਾਵਨਾ ਜੁੜੀ ਜਾਂਦੀ ਹੈ, ਪਰ ਇਹ ਤੁਹਾਨੂੰ ਆਪਣੇ ਆਪ 'ਚ ਲੱਗਦਾ ਨਹੀਂ ਕਿ ਸਰਕਾਰਾਂ ਇਹੋ ਜਿਹੇ ਹਮਲਿਆਂ ਨੂੰ ਰੋਕਣ ਦੇ ਲਈ ਸਿਰਫ ਦਰਸ਼ਕ ਬਣ ਕੇ ਰਹਿ ਜਾਂਦੀਆਂ? ਨਹੀਂ, ਉਹਦੇ 'ਤੇ ਇੱਕ ਦੋਸ਼ ਤਾਂ ਬਰਾੜ ਸਾਹਿਬ ਸਾਫ਼ ਹੀ ਦਿਖ ਰਿਹਾ, ਉਹ ਕਿਉਂਕਿ ਉੱਥੇ ਦੇ ਲੋਕ ਕਹਿ ਰਹੇ ਨੇ ਕਿ ਸਾਰੇ ਜਿਹੜੇ ਕੰਮ ਫਸਾਦ ਆ ਉਹ ਬੀਜੇਪੀ ਕਰਾ ਰਹੀ ਹੈ, ਆਪਣੇ ਫਾਇਦਿਆਂ ਲਈ ਕਰਵਾ ਰਹੀ ਹੈ। ਇਹ ਚੀਜ਼ ਲੁਕੀ ਨਹੀਂ ਹੋਈ ਕਿਸੇ ਦੇ ਕੋਲੋਂ, ਇਹ ਚੀਜ਼ਾਂ ਆ ਰਹੀਆਂ ਹੈਗੀਆਂ ਨੇ, ਸਾਹਮਣੇ ਆ ਰਹੀਆਂ ਨੇ। ਸੋ ਇਹ ਖਬਰਾਂ ਉੱਥੇ ਦੇ ਜੇ ਤੁਸੀਂ ਲੋਕਲ ਜਰਨਲਿਸਟਾਂ ਨਾਲ ਗੱਲ ਕਰੋ ਜਾਂ ਫਿਰ ਉੱਥੇ ਦੇ ਲੋਕਲ ਜਿਹੜੇ ਸਿਆਸਤ ਨੂੰ ਸਮਝਣ ਵਾਲੇ ਆ, ਉਹ ਆਪਣੀ ਜਿਹੜੀ ਟੇਢੀ ਅੱਖ ਨਾਲ ਜਿਹੜਾ ਬੀਜੇਪੀ ਨੂੰ ਵੀ ਦੇਖ ਰਹੇ ਨੇ। ਜੀ, ਅਗਲੀ ਗੱਲ ਜਿਹੜੀ ਹੈ, ਮਹਾਰਾਸ਼ਟਰ ਵਿੱਚ ਵੀ ਤਣਾਅ ਨਜ਼ਰ ਆ ਰਿਹਾ ਟੀਪੂ ਸੁਲਤਾਨ ਮਾਮਲੇ ਨੂੰ ਲੈ ਕੇ। ਕੀ ਹੈ ਜੀ ਇਹ ਪੂਰਾ ਮਾਮਲਾ, ਤਣਾਅ ਦੀ ਸਥਿਤੀ ਕਿਉਂ ਬਣੀ ਮਹਾਰਾਸ਼ਟਰ ਦੇ ਵਿੱਚ? ਅਸਲ ਦੇ ਵਿੱਚ ਬਰਾੜ ਸਾਹਿਬ ਜੋ ਟੀਪੂ ਸੁਲਤਾਨ ਦਾ ਮਾਮਲਾ ਨਾ ਬੀਜੇਪੀ ਨੇ ਕਰਨਾਟਕ ਵਿੱਚ ਕਈ ਸਾਲਾਂ ਦਾ ਖਿੱਚ ਕੇ ਰੱਖਿਆ ਹੋਇਆ ਜੀ। ਕਰਨਾਟਕ ਵਿੱਚ ਮੈਸੂਰ ਇਲਾਕੇ ਦੇ ਵਿੱਚ ਇੱਕ ਕਿਸੇ ਸਮੇਂ ਵੱਡੀ ਸਟੇਟ ਹੁੰਦੀ ਸੀ, ਉਹ ਮੈਸੂਰ ਸਟੇਟ ਦਾ ਰਾਜਾ ਸੀਗਾ, ਉਹਦੀ ਰਿਆਸਤ ਦਾ ਮਤਲਬ। ਅੰਗਰੇਜ਼ਾਂ ਨਾਲ ਬਹਾਦਰੀ ਨਾਲ ਲੜਿਆ ਸੀ ਟੀਪੂ ਸੁਲਤਾਨ, ਹੈਦਰ ਅਲੀ ਦਾ ਬੇਟਾ ਸੀਗਾ, ਤੇ ਉਹ ਇੰਨੀ ਬਹਾਦਰੀ ਨਾਲ ਲੜਿਆ ਜਦੋਂ ਉਹਦੀ ਡੈਥ ਹੋਈ ਅੰਗਰੇਜ਼ਾਂ ਨਾਲ ਲੜਦੇ ਤਾਂ ਅੰਗਰੇਜ਼ ਇਸ ਕੋਲੋਂ ਹੈਰਾਨ ਸੀਗੇ ਕਿ ਇਹਦੇ ਕੋਲ ਇੰਨੇ ਕਮਾਲ ਦੇ ਹਥਿਆਰ ਕਿਵੇਂ ਹੈਗੇ ਨੇ। ਉਹਨਾਂ ਨੇ ਉਹ ਹਥਿਆਰ ਵੀ ਜਾਂ ਉਹਦਾ ਤੋਪਖਾਨਾ ਵੀ ਆਪਣੇ ਕਬਜ਼ੇ 'ਚ ਲੈ ਲਿਆ ਸੀ ਅੰਗਰੇਜ਼ਾਂ ਨੇ। ਇਹ ਮਤਲਬ ਚੀਜ਼ਾਂ ਮੰਨੀਆਂ ਗਈਆਂ ਹੈਗੀਆਂ ਨੇ ਵੀ ਉਹ ਜਿਹੜਾ ਸ਼ਾਸਕ ਸੀ ਕਾਫੀ ਸੈਕੂਲਰ ਸੀਗਾ, ਸਾਂਝੀਵਾਲਤਾ ਦੀ ਚੀਜ਼ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ, ਪਰ ਬੀਜੇਪੀ ਨੂੰ ਸਿਰਫ ਉਹ ਇਸ ਲਈ ਚੁਭਦਾ ਕਿਉਂਕਿ ਮੁਸਲਮਾਨ ਸੀਗਾ ਤੇ ਅੰਗਰੇਜ਼ਾਂ ਸਾਮਰਾਜ ਨਾਲ ਲੜਿਆ ਵੀ ਸੀਗਾ। ਜਦੋਂ ਮਤਲਬ ਭਾਰਤ ਦੀ ਅੰਗਰੇਜ਼ਾਂ ਨਾਲ ਟੱਕਰ ਦੀ ਗੱਲ ਆਉਂਦੀ ਹੈ, ਟੀਪੂ ਸੁਲਤਾਨ ਦਾ ਨਾਂ ਸਭ ਤੋਂ ਉੱਤੇ ਸੀਗਾ। ਬੀਜੇਪੀ ਨੇ ਹੌਲੀ ਹੌਲੀ ਉਹਦਾ ਅਕਸ ਨੂੰ ਵਿਗਾੜਨਾ ਸ਼ੁਰੂ ਕੀਤਾ, ਉਹਨੂੰ ਹਿੰਦੂ ਵਿਰੋਧੀ ਕਹਿਣਾ ਸ਼ੁਰੂ ਕਰ ਦਿੱਤਾ, ਆਪਣੇ ਕੋਲੋਂ ਕਹਾਣੀਆਂ ਜੋੜਨੀਆਂ ਵੀ ਉਹਨੇ ਤਾਂ ਦੇਖੋ ਜੀ ਆਹ ਇੰਨੇ ਹਿੰਦੂ ਮਾਰਤੇ ਸੀ, ਫਲਾਨਾ ਕਰਤਾ ਸੀ। ਐਤਕੀ ਵਾਲੀ ਚੋਣਾਂ ਵਿੱਚ ਵੀ ਉਹਨੇ ਇਹੀ ਕਿਹਾ ਵੀ ਜਿਹੜਾ ਕਾਂਗਰਸ ਹੋਰ ਪਾਰਟੀਆਂ ਨੇ ਉਹ ਟੀਪੂ ਸੁਲਤਾਨ ਦੀ ਔਲਾਦ ਆ ਵਗੈਰਾ ਵਗੈਰਾ, ਤੇ ਲੇਕਿਨ ਉਹ ਚੱਲਿਆ ਨਹੀਂ। ਉੱਥੇ ਦੇ ਵੋਕਾ ਲੀਗਾ ਭਾਈਚਾਰਾ ਜਿਹਦੀਆਂ ਐਤਕੀ ਵੋਟਾਂ ਬੀਜੇਪੀ ਨੂੰ ਨਹੀਂ ਪਈਆਂ, ਉਹਨਾਂ ਵਿੱਚ ਵੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਟੀਪੂ ਸੁਲਤਾਨ ਨਾਲ ਤਾਂ ਤੁਹਾਡੀ ਕਦੇ ਬਣੀ ਨਹੀਂ, ਟੀਪੂ ਸੁਲਤਾਨ ਨਾਲ ਅੰਗਰੇਜ਼ਾਂ ਦੀ ਤਲਵਾਰ ਨਾਲ ਨਹੀਂ ਮਰਿਆ ਸੀ, ਉਹ ਤਾਂ ਇੱਕ ਵੋਕਾ ਲੀਗਾ ਭਾਈਚਾਰੇ ਦੇ ਬੰਦੇ ਦੀ ਤਲਵਾਰ ਨਾਲ ਮਰਿਆ ਸੀਗਾ, ਪਰ ਉਹ ਪ੍ਰਚਾਰ ਅਸਰਅੰਦਾਜ਼ ਨਹੀਂ ਹੋਇਆ। ਹੁਣ ਤੁਹਾਨੂੰ ਪਤਾ ਵੀ ਮਹਾਰਾਸ਼ਟਰ ਦੇ ਕਈ ਹਿੱਸੇ ਦੀਆਂ ਜਿਹੜੀਆਂ ਸੀਮਾਵਾਂ ਨੇ ਉਹ ਇੱਥੇ ਲੱਗਦੀਆਂ ਨੇ, ਕਰਨਾਟਕ ਨਾਲ ਵੀ ਲੱਗਦੀਆਂ ਨੇ, ਆਪਾਂ ਨੂੰ ਪਤਾ। ਤਾਂ ਹੁਣ ਕਹਾਣੀ ਆਈ ਹੈਗੀ ਆ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਵਿੱਚ ਇਹ ਬੁੱਧਵਾਰ ਦੀ ਘਟਨਾ ਹਿੰਦੂ ਤਵੀ ਸੰਗਠਨਾਂ ਦੇ ਵੱਲੋਂ ਜਿਹੜਾ ਹੈਗਾ ਇੱਕ ਲੋਕਲ ਲੈਵਲ ਦੇ ਉੱਤੇ ਕੀਤੀ ਗਈ ਰੈਲੀ ਵਿੱਚ ਹਿੰਸਕ ਹੋ ਗਈ, ਤਣਾਅ ਵੱਧ ਗਿਆ, ਜਿਸ ਤੋਂ ਬਾਅਦ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ। ਉੱਥੇ ਪ੍ਰਦਰਸ਼ਨ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਹੈਗਾ ਕਿ ਲਾਠੀਚਾਰਜ ਕਰਨਾ ਪਿਆ। ਕੁਝ ਹਿੰਦੂ ਤਵੀ ਸੰਗਠਨਾਂ ਨੇ ਕਥਿਤ ਤੌਰ ਉੱਤੇ ਔਰੰਗਜ਼ੇਬ ਤੇ ਟੀਪੂ ਸੁਲਤਾਨ ਦਾ ਮਹਿਮਾ ਮੰਡਲ ਕਰਨ ਵਾਲੇ ਕੁਝ ਕਹਿੰਦੇ ਸੋਸ਼ਲ ਮੀਡੀਆ ਪੋਸਟਾਂ ਸੀਗੀਆਂ, ਉਹਦੇ ਵਿਰੋਧ ਵਿੱਚ ਰੈਲੀ ਕੱਢੀ। ਕਿਸੇ ਨੇ ਸੋਸ਼ਲ ਮੀਡੀਆ ਉੱਤੇ ਟੀਪੂ ਸੁਲਤਾਨ ਦੀ ਸਿਫਤ ਕੀਤੀ ਹੋਣੀ ਹੈ ਜਾਂ ਇਹਦੀ ਔਰੰਗਜ਼ੇਬ ਦੀ। ਅਸੀਂ ਤਾਂ ਮੰਨਦੇ ਹਾਂ ਵੀ ਹਰੇਕ ਨੂੰ ਕੁਛ ਵੀ ਕਹਿਣ ਦਾ ਅਧਿਕਾਰ ਆ, ਪਰ ਸੰਘ ਦਾ ਮੰਨਣਾ ਇਹ ਹੈਗਾ ਵੀ ਜਿਹੜਾ ਸਾਨੂੰ ਨਹੀਂ ਠੀਕ ਲੱਗਦਾ ਉਹ ਮਤਲਬ ਕਿਸੇ ਨੂੰ ਨਹੀਂ ਠੀਕ ਲੱਗਦਾ। ਹਾਲਾਂਕਿ ਇੱਕ ਚੀਜ਼ ਨੋਟ ਕਰਨ ਵਾਲੀ ਆ, ਟੀਪੂ ਸੁਲਤਾਨ ਤੇ ਔਰੰਗਜ਼ੇਬ ਜ਼ਮੀਨ ਅਸਮਾਨ ਦਾ ਫਰਕ ਸੀ। ਔਰੰਗਜ਼ੇਬ ਇੱਕ ਕੱਟੜ ਰਾਜਾ ਸੀਗਾ, ਟੀਪੂ ਸੁਲਤਾਨ ਜਿਹੜਾ ਇੱਕ ਸੈਕੂਲਰ ਰਾਜਾ ਸੀਗਾ, ਲੇਕਿਨ ਬੀਜੇਪੀ ਦਾ ਨਿਸ਼ਾਨਾ ਉਹ ਟੀਪੂ ਸੁਲਤਾਨ ਵੀ ਹੈਗਾ। ਔਰੰਗਜ਼ੇਬ ਵਾਲੀ ਚੀਜ਼ ਨਾਲ ਜੋੜ ਲਈ ਕੋਈ ਇੱਦਾਂ ਦਾ ਹੋਊਗਾ ਬੰਦਾ ਜਿਹਨੇ ਉਹ ਪੋਸਟ ਪਾਈ, ਪਰ ਉਸ ਸਿੰਪਲ ਜਿਹੀ ਪੋਸਟ ਨੂੰ ਲੈ ਕੇ ਇਹਨਾਂ ਨੇ ਉੱਥੇ ਵਿਵਾਦ ਖੜਾ ਕਰ ਦਿੱਤਾ, ਜੋ ਕਿ ਅਮਨ ਕਾਨੂੰਨ ਦਾ ਮੁੱਦਾ ਬਣ ਗਿਆ। ਦੂਸਰੀ ਗੱਲ ਹੈ ਜੀ, ਇਤਿਹਾਸ ਨੂੰ ਕੁਰੇਦ ਕੇ ਉਹਦੇ ਵਿੱਚ ਬਦਲਾਅ ਕਰਕੇ ਭਵਿੱਖ ਦੇ ਵਿੱਚ ਫਾਇਦਾ ਕਿਹਨੂੰ ਹੋ ਰਿਹਾ, ਕਿਹਨੂੰ ਜ਼ਰੂਰਤ ਹੈਗੀ ਹੈ, ਜਾਂ ਕਿਉਂ ਇੱਦਾਂ ਦੇ ਜਿਹੜੇ ਮਸਲੇ ਉਠਾਏ ਜਾਂਦੇ ਨੇ ਜਿਹਦੇ ਨਾਲ ਤਣਾਅ? ਬੀਜੇਪੀ ਨੂੰ ਨਾ ਇਹ ਚੀਜ਼ਾਂ, ਬੀਜੇਪੀ ਦੀ ਕੋਈ ਵੀ ਜਿਹੜੀ ਕੱਟੜ ਧਿਰ ਹੁੰਦੀ ਆ ਉਹ ਚਾਹੁੰਦੀ ਹੁੰਦੀ ਆ ਵੀ ਇਤਿਹਾਸ ਜਿਹੜਾ ਹੈਗਾ, ਕਿਉਂਕਿ ਆਮ ਤੌਰ ਤੇ ਇਤਿਹਾਸ ਨਾ ਇੱਕ ਸਾਇੰਟੀਫਿਕ ਢੰਗ ਨਾਲ ਲਿਖਿਆ ਜਾਂਦਾ, ਸਾਇੰਟੀਫਿਕ ਢੰਗ ਨਾਲ ਹੀ ਉਹਦਾ ਪ੍ਰਵਚਨ ਹੁੰਦਾ। ਇਤਿਹਾਸ ਵਿੱਚ ਕਦੇ ਵੀ ਨਾ ਕੋਈ ਨਾ ਤਾਂ ਕੋਈ ਸ਼ਾਹਕਾਰ ਯੁੱਗ ਹੁੰਦਾ, ਨਾ ਹੀ ਇਤਿਹਾਸ ਵਿੱਚ ਕਦੇ ਕੋਈ ਧੰਦੂਕਾਰੀ ਵਾਲਾ ਜਾਂ ਕਾਲਾ ਦੌਰ ਹੁੰਦਾ ਹੈਗਾ। ਲੇਕਿਨ ਜਿਹੜੇ ਕੱਟੜਪੰਥੀ ਸੰਗਠਨ ਹੁੰਦੇ ਨੇ, ਚਾਹੇ ਉਹ ਹਿੰਦੂ ਰਾਈਟ ਵਿੰਗ ਹੋਣ, ਮੁਸਲਮਾਨ ਜਾਂ ਸਿੱਖ ਰਾਈਟ ਵਿੰਗ ਜਾਂ ਹੋਣ ਜਾਂ ਕਿਸੇ ਹੋਰ ਧਰਮ ਦੇ, ਉਹਨਾਂ ਦਾ ਹੁੰਦਾ ਵੀ ਸਾਡੇ ਆਹ ਦੌਰ ਸੀ ਜਿਹੜਾ ਉਹੀ ਸ਼ਾਹਕਾਰ ਦੌਰ ਸੀਗਾ, ਬਾਕੀ ਤਾਂ ਐਵੇਂ ਸੀਗਾ ਦੌਰ, ਜੋ ਕਿ ਜਦ ਕਿ ਇਤਿਹਾਸ ਹਮੇਸ਼ਾ ਵਿਰੁੱਧ ਭਾਸ਼ਾ ਨਾਲ ਭਰਿਆ ਹੋਇਆ ਹੁੰਦਾ। ਤੇ
ਫਿਰ ਉਹ ਕੋਸ਼ਿਸ਼ ਕਰਦੇ ਨੇ ਵੀ ਯਾਰ ਇਤਿਹਾਸ ਦੀ ਆਹ ਚੀਜ਼ ਜਿੱਥੇ ਹੱਥ ਲੱਗਦਾ ਦਾ ਲੱਗਦਾ ਵੀ ਇਹਨੂੰ ਬਦਲੀਏ ਆਪਾਂ। ਇਹੀ ਕੰਮ ਬੀਜੇਪੀ ਦਾ ਵੀ ਉਹਨੂੰ ਇਹ ਗੱਲਾਂ ਬੜੀਆਂ ਚੁੱਭਦੀਆਂ ਵੀ ਇਤਿਹਾਸ ਦੇ ਵਿੱਚ ਮੁਸਲਿਮ ਚੈਪਟਰ ਕਿਉਂ ਹੈਗੇ ਨੇ, ਮੁਸਲਿਮ ਰਾਜਾ ਦੀ ਜੀਵਨ ਦਾ ਜ਼ਿਕਰ ਕਿਉਂ ਹੁੰਦਾ। ਵੀ ਦੇਖੋ ਜੀ ਦੌਰ ਤਾਂ ਸਾਡੇ ਵਾਲਾ ਹੀ ਸੀਗਾ, ਪੁਰਾਣਾ ਸ਼ਾਹਕਾਰ ਦੌਰ ਸੀਗਾ, ਉਹਨੂੰ ਕਿਤੇ ਨਾ ਕਿਤੇ ਇਸ ਇਤਿਹਾਸ ਵਿੱਚ ਆਇਆ ਨਹੀਂ, ਫਿਰ ਅਸੀਂ ਉਹਨੂੰ ਭਰੀਏ। ਫਿਰ ਇਹਨਾਂ ਦਾ ਇਤਿਹਾਸ ਮਨੂ ਸਮ੍ਰਿਤੀ ਤੇ ਖੜਾ, ਇਹਨਾਂ ਦਾ ਇਤਿਹਾਸ ਜਿਹੜਾ ਹੈਗਾ ਦੇਵੀ ਦੇਵਤਿਆਂ ਨੂੰ ਵੀ ਸੱਚ ਦੱਸਣ ਉੱਤੇ ਖੜਾ, ਜਿਹੜੇ ਮਿਥਿਹਾਸਕ ਕਰੈਕਟਰ ਨੇ। ਇਹਨਾਂ ਦਾ ਸੱਚ ਜਿਹੜਾ ਹਿੰਦੂ ਰਾਜਿਆਂ ਦੀ ਮਹਿਮਾ ਗਾਣ ਦੇ ਉੱਤੇ ਖੜਾ ਹੈਗਾ, ਉਹ ਚੀਜ਼ ਉੱਤੇ ਖੜਾ ਹੈਗਾ। ਹਾਲਾਂਕਿ ਇਹਦੇ ਵਿੱਚ ਵੀ ਬਹੁਤ ਸਾਰੀਆਂ ਫਾਲਟ ਲਾਈਨਸ ਨੇ, ਕਿਉਂਕਿ ਜਿਵੇਂ ਇਹ ਆਰੀਅਨ ਨੂੰ ਉਰੇ ਦਾ ਹੀ ਦੱਸਦੇ ਹੈਗੇ ਨੇ ਵੀ ਆਰੀਅਨ ਬਾਹਰੋਂ ਨਹੀਂ ਆਏ ਹੈਗੇ, ਉਰੇ ਆਏ ਹੈਗੇ ਨੇ। ਇਤਿਹਾਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਦੱਸਦੀਆਂ ਕਿ ਆਰੀਅਨ ਤੋਂ ਬਾਹਰੋਂ ਆਏ ਹੋਏ ਨੇ, ਇਹਦੇ ਵਿੱਚ ਕੋਈ ਦੋਹਰਾ ਇਹ ਵੀ ਨਹੀਂ ਹੈਗਾ। ਇਹ ਫਿਰ ਸੋਚਦੇ ਨੇ ਵੀ ਕਿਉਂਕਿ ਆਰੀਅਨ ਤਾਂ ਹੀ ਆਪਣੀ ਸ਼ੁੱਧ ਨਸਲ ਦਾ ਵੀ ਉਹ ਕਰਨਾ ਚਾਹੁੰਦੇ ਹੈਗੇ ਨੇ ਵੀ ਆਰੀਅਨ ਹੀ ਇੱਕ ਸ਼ੁੱਧ ਨਸਲ ਹੈਗੀ ਆ। ਉਹ ਇੱਥੇ ਦੇ ਲੋਕਲ ਜਿਹੜੇ ਪਹਿਲਾਂ ਮੂਲ ਨਿਵਾਸੀ ਸੀ ਉਹਨੂੰ ਦੋਇਮ ਦਰਜੇ ਦਾ ਸਮਝਦੇ ਨੇ। ਇਹ ਸੰਘ ਦੀ ਸੋਚ ਹੈ ਤੇ ਇਸ ਤਰ੍ਹਾਂ ਨਾਲ ਇਹ ਫਿਰ ਆਪਣੀ ਸੋਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਵਿੱਚੋਂ ਫਿਰ ਇਹਨਾਂ ਨੇ ਪੋਲੀਟੀਕਲ ਫਾਇਦਾ ਇਹ ਹੁੰਦਾ ਕਿ ਉਹ ਆਪਣੀ ਵੱਡੀ ਧਿਰ ਨੂੰ ਕਹਿਣਾ ਵੀ ਜਿਹਨਾਂ ਨੂੰ ਡਰਾਉਂਦੇ ਨੇ ਵੀ ਹਿੰਦੂ ਖਤਰੇ 'ਚ ਆ, ਫਿਰ ਉਹਨਾਂ ਨੂੰ ਉਹਨਾਂ ਦੇ ਪੁਰਾਣੇ ਵਿਰਸੇ ਵੱਲ ਮੋੜਨਾ ਹੁੰਦਾ। ਉਹ ਵਿਰਸਾ ਜਿਹੜਾ ਰੂੜੀਵਾਦ ਨਾਲ ਭਰਿਆ ਹੁੰਦਾ ਹੈਗਾ, ਸਵੇ ਵਿਰੋਧ ਨਾਲ, ਵੀ ਉਹਦੇ ਤੁਸੀਂ ਅੰਨੇ ਭਗਤ ਬਣ ਜਾਓ ਵੀ ਤੁਹਾਡਾ ਹੀ ਵਿਰਸਾ, ਤੁਹਾਡਾ ਹੀ ਧਰਮ ਸਭ ਤੋਂ ਅਹਿਮ ਸੀਗਾ, ਤੁਸੀਂ ਸਭ ਤੋਂ ਅਹਿਮ ਸੀ, ਬਾਕੀ ਤਾਂ ਐਵੇਂ ਹੀ ਹੈਗੇ ਨੇ। ਸੋ ਆਹ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਮੋੜਿਆ ਜਾਂਦਾ ਕਿਉਂਕਿ ਲੋਕ ਪੋਲਰਾਈਜ਼ ਹੋਈ ਜਾਣ, ਲੋਕ ਆਪਣੇ ਧਰਮ ਦੇ ਮਾਮਲੇ ਵਿੱਚ ਜਿਹੜੀਆਂ ਪੁਰਾਣੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੇ ਮਾਮਲੇ ਵਿੱਚ ਕੱਟੜ ਹੋਣ, ਨਵੀਂ ਕੋਈ ਤਰਕ ਦੀ ਕੋਈ ਵਿਗਿਆਨ ਦੀ ਗੱਲ ਨਾ ਸੁਣਨ। ਜਿੰਨੇ ਲੋਕ ਇਸ ਤਰ੍ਹਾਂ ਦੇ ਜਾਹਲ ਬਣਨਗੇ ਓਨਾ ਹੀ ਇਸ ਤਰ੍ਹਾਂ ਦੇ ਰਾਈਟ ਵਿੰਗ ਸੰਗਠਨਾਂ ਨੂੰ ਫਾਇਦਾ ਹੁੰਦਾ ਹੈ। ਬਿਲਕੁਲ ਜੀ। ਪਰ ਦੂਸਰੀ ਇੱਕ ਚੀਜ਼ ਸ਼ਿਵਿੰਦਰ ਜੀ ਵੇਖਣ ਵਾਲੀ ਹੈ ਕਿ ਭਾਰਤ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਬੜੀ ਇੱਕ ਤਰਾਸਦੀ ਵਾਲੀ ਖਬਰ ਜਿਹੜੀ ਹੈਗੀ ਹੈ, ਇੱਕ ਪੂਰਾ ਭਾਈਚਾਰਾ ਜਿਹੜਾ ਹੈਗਾ ਉਹ ਹਮੇਸ਼ਾ ਹੀ ਅੱਖੋਂ ਪਰੋਖੇ ਰਿਹਾ। ਮੈਂ ਗੱਲ ਕਰ ਰਿਹਾ ਮੈਲਾ ਸਿਰ ਦੇ ਉੱਤੇ ਢੋਣ ਵਾਲਿਆਂ ਦੀ, ਜਿਹੜੇ ਮਨੁੱਖੀ ਮੈਲਾ ਸਿਰ ਉੱਤੇ ਢੋਂਦੇ ਆ, ਅੱਜ ਵੀ ਉਹਨਾਂ ਦੀ ਗਿਣਤੀ ਬਹੁਤ ਵਧੇਰੇ ਆ ਅਤੇ ਅੱਜ ਵੀ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਆ ਉਹ ਸਮਾਜ ਦੇ ਨਾਲ, ਜੀਵਨ ਦੇ ਨਾਲ ਸਮਾਯੋਜਿਤ ਕਰ ਨਹੀਂ ਪਾਏ ਆ। ਬੜੀ ਤਰਾਸਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਰਾੜ ਸਾਹਿਬ, ਗੱਲ ਇਹ ਕਿ ਜਿਹੜੇ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਅਸੀਂ ਬੜੇ ਵੱਡੇ ਮਾਰ ਲੈਣੇ, ਇਹ ਕਰ ਲਿਆ ਉਹ ਕਰ ਲਿਆ। ਦੂਜੇ ਪਾਸੇ ਸਰਕਾਰ ਦਾ ਇੱਕ ਆਪਣਾ ਹੀ ਅੰਕੜਾ ਜਿਹੜਾ ਉਹਨੇ ਹੁਣ ਖੁਲਾਸਾ ਕੀਤਾ ਕਿ ਭਾਰਤ ਵਿੱਚ 66% ਜ਼ਿਲ੍ਹੇ ਨੇ ਜਿਹੜੇ ਮੁਕਤ ਹੋ ਗਏ ਨੇ ਮੈਲੇ ਵਾਲੀ ਪ੍ਰਥਾ ਤੋਂ। ਇਹਦਾ ਮਤਲਬ ਇਹ ਹੋਇਆ ਵੀ ਹਾਲੇ 34% ਇਹੋ ਜਿਹੇ ਹੈਗੇ ਨੇ ਜਿੱਥੇ ਮਨੁੱਖੀ ਮੈਲਾ ਸਿਰ ਤੇ ਢੋਇਆ ਜਾਂਦਾ। ਜੇ ਮਨੁੱਖੀ ਮੈਲਾ ਸਿਰ ਤੇ ਢੋਇਆ ਜਾਂਦਾ 34% ਜ਼ਿਲ੍ਹਿਆਂ ਦੇ ਵਿੱਚ, ਇਹ ਕੋਈ ਥੋੜੇ ਨਹੀਂ ਹੁੰਦੇ। 34% ਕੋਈ ਬਹੁਤ ਵੱਡੀ ਗਿਣਤੀ ਹੈ 34% ਦੀ। 34% ਗਿਣਤੀ ਜਿਹੜੀ ਹੈਗੀ ਆ ਉਹ ਮਨੁੱਖੀ ਮੈਲਾ ਢੋਂਦੀ ਹੈ, ਬੜੀ ਸ਼ਰਮ ਵਾਲੀ ਗੱਲ ਹੈ। ਤੇ ਦੂਜੀ ਚੀਜ਼ ਮੇਰਾ ਇਹ ਵੀ ਮੰਨਣਾ ਵੀ ਜਿਹੜੇ ਲੋਕ ਨਾ ਇਹਨਾਂ ਦੇ ਕੰਮ ਕਰਦੇ ਨੇ, ਕੁਝ ਇਹੋ ਜਿਹੇ ਸੰਗਠਨ ਨੇ ਜਿਹੜੇ ਮਨੁੱਖੀ ਮੈਲਾ ਢੋਣ ਵਾਲੇ ਦੇ ਵਿਰੁੱਧ ਉਹਨਾਂ ਨੇ ਮੁਹਿੰਮ ਚਲਾਈ ਹੋਈ ਆ, ਉਹਨਾਂ ਦੇ ਅੰਕੜੇ ਇਸ ਤੋਂ ਜ਼ਿਆਦਾ ਨੇ। ਇਹ ਸਰਕਾਰੀ ਅੰਕੜੇ ਨੇ, ਸਰਕਾਰੀ ਤੇ ਪ੍ਰਾਈਵੇਟ ਅੰਕੜਿਆਂ 'ਚ ਫਰਕ ਹੈ ਜੀ। ਲੇਕਿਨ ਜੋ ਨੋਟ ਕਰਨ ਵਾਲੀ ਗੱਲ ਇਹ ਹੈਗੀ ਆ ਨਾ ਵੀ ਸਰਕਾਰਾਂ ਇਹਨੂੰ ਖਤਮ ਨਹੀਂ ਕਰ ਸਕੀਆਂ ਜੀ। ਹੁਣ ਇਹਦੀ ਇੱਕ ਸਿੰਪਲ ਜੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਤੁਸੀਂ ਬੜੇ ਹੈਰਾਨ ਹੋਵੋਗੇ। ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਜੀ, ਉਹਨਾਂ ਨੇ ਇੱਕ ਜਗ੍ਹਾ ਲੈਕਚਰ ਕੀਤਾ, ਉਹ ਲੈਕਚਰ ਦੇ ਬਾਅਦ ਵਿੱਚ ਪੈਂਫਲੇਟ ਵੀ ਛਪੇ। ਉਹ ਕਹਿੰਦੇ ਵੀ ਜਿਹੜੇ ਬੰਦੇ ਮਨੁੱਖੀ ਮੈਲਾ ਸਿਰ ਤੇ ਢੋਂਦੇ ਨੇ, ਮੈਨੂੰ ਨਹੀਂ ਲੱਗਦਾ ਵੀ ਇਹ ਗਰੀਬੀ ਕਰਕੇ ਢੋਂਦੇ ਨੇ, ਇਹਨਾਂ ਨੂੰ ਆਤਮਿਕ ਸਕੂਨ ਮਿਲਦਾ। ਮਤਲਬ ਆਤਮਿਕ ਸਕੂਨ ਦਾ ਮਤਲਬ ਹੋਇਆ ਵੀ ਇਹ ਯਥਾ ਕੰਮ ਕਰੀ ਜਾਣ। ਜਦੋਂ ਫਿਰ ਇੱਕ ਅਖਬਾਰ ਨੇ ਇਹਦੇ ਤੇ ਸਟੋਰੀ ਕੀਤੀ ਵੀ ਦੇਖੋ ਕੀ ਬਕਵਾਸ ਕਰ ਰਿਹਾ ਵਾ ਗੁਜਰਾਤ ਦਾ ਮੁੱਖ ਮੰਤਰੀ, ਤਾਂ ਇੱਕਦਮ ਉਹ ਪੈਂਫਲੇਟ ਵਾਪਸ ਲੈ ਲਏ ਗਏ ਤੇ ਇੱਕਦਮ ਕਿਹਾ ਗਿਆ ਏਦਾਂ ਹੋ ਕੇ ਨਹੀਂ ਕਰਨਾ। ਇਸੇ ਤਰ੍ਹਾਂ ਹੀ ਇੱਕ ਨਰਿੰਦਰ ਮੋਦੀ ਨੇ ਹੋ ਰਿਹਾ ਜੀ ਜਬਲੀ ਮਾਰੀ ਸੀ ਉਹ ਮੁੱਖ ਮੰਤਰੀ ਹੁੰਦੇ ਹੋਏ, ਜਦੋਂ ਔਰਤਾਂ ਜਿਹੜੀਆਂ ਸਫਾਈ ਕਰਮਚਾਰੀਆਂ ਆਪਣੇ ਵੇਤਨ ਦੀ ਗੱਲ ਕਰ ਰਹੀਆਂ ਸੀ, ਤਾਂ ਨਰਿੰਦਰ ਮੋਦੀ ਉਹਨਾਂ ਦੇ ਹੱਕ ਦੇਣ ਦੀ ਥਾਂ ਤੇ ਕਹਿ ਰਿਹਾ ਵਾ ਕਿ ਜਿਹੜੀਆਂ ਔਰਤਾਂ ਸਫਾਈ ਕਰਦੀਆਂ, ਮੈਨੂੰ ਐਂ ਲੱਗਦਾ ਜਿਵੇਂ ਇੱਕ ਜਿਹੜਾ ਮੰਦਿਰ ਦਾ ਪੁਜਾਰੀ ਹੈ ਉਹ ਜਿਵੇਂ ਮੰਦਿਰ ਨੂੰ ਸਾਫ਼ ਕਰਦਾ, ਏਦਾਂ ਹੀ ਔਰਤਾਂ ਕਰਦੀਆਂ। ਤੇ ਔਰਤਾਂ ਨੇ ਕਿਹਾ ਵੀ ਭਾਈ ਮੰਦਿਰ ਦਾ ਪੁਜਾਰੀ ਤਾਂ ਮੱਖਣੀ ਦੁੱਧ ਮਲਾਈ ਖਾਂਦਾ ਤੇ ਸਾਨੂੰ ਤਾਂ ਵੇਤਨ ਹੀ ਨਹੀਂ ਮਿਲਦਾ ਹੈਗਾ। ਸੋ ਇਹ ਇੱਕ ਨਜ਼ਰੀਆ ਹੈਗਾ ਸਾਡੀ ਹਾਕਮ ਜਮਾਤ ਦਾ, ਰੂੜੀਵਾਦੀ ਨਜ਼ਰੀਆ, ਜੋ ਕਿ ਬਰਾਬਰਤਾ ਦੀ ਗੱਲ ਨਹੀਂ ਕਰਦਾ। ਬਰਾਬਰਤਾ ਦੇ ਉਲਟ ਜਿਹੜਾ ਉਹ ਯਥਾ ਸਥਿਤੀ ਨੂੰ ਬਣਾਈ ਰੱਖਣ 'ਚ ਉਹਨਾਂ ਦਾ ਵਿਸ਼ਵਾਸ ਹੈ, ਕਿਉਂਕਿ ਇਹ ਵੀ ਏਦਾਂ ਕੋਈ ਨਾ, ਜਿਹੜੇ ਦਲਿਤ ਨੇ ਏਦਾਂ ਹੀ ਜਿਹੜੇ ਮੈਲਾ ਢੋਂਦੇ ਨੇ ਉਹਨਾਂ ਨੂੰ ਤਾਂ ਜੀ ਸਕੂਨ ਮਿਲਦਾ। ਜਦੋਂ ਤੁਸੀਂ ਇਹੋ ਜਿਹੇ ਪ੍ਰਵਚਨ ਸਿਰਜਦੇ ਹੋ ਨਾ,
ਇਹ ਪ੍ਰਵਚਨ ਕਦੇ ਉਹਨਾਂ ਦੀ ਮੁਕਤੀ ਦਾ ਰਾਹ ਨਹੀਂ ਬਣ ਸਕਦੇ ਹੈਗੇ। ਫਿਰ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਤੁਹਾਨੂੰ ਆਪਾਂ ਕੀ ਲੱਗਦਾ ਵੀ ਇਹ ਅੱਗੇ ਜਾ ਕੇ ਇਹਨਾਂ ਦੀ ਮੁਕਤੀ ਲਈ ਕੋਈ ਕੰਮ ਕਰਨਗੇ? ਰਾਜਨੀਤਿਕ ਤੌਰ 'ਤੇ ਨਹੀਂ ਕਰਨਗੇ, ਕਿਉਂਕਿ ਜਦੋਂ ਖੁਦ ਦੀ ਮਾਨਸਿਕਤਾ ਇਹ ਹੈਗੀ ਆ। ਸੋ ਇਹ ਇੱਕ ਨਜ਼ਰੀਆ, ਜਦੋਂ ਹੁਣ ਅਸੀਂ ਕਹਿੰਦੇ ਆ ਵੀ ਭਾਰਤ ਨੂੰ ਜੀ ਅਸੀਂ ਦੁਨੀਆ ਦਾ ਨੰਬਰ 1 ਬਣਾ ਦਾਂਗੇ, ਵਿਸ਼ਵ ਤਾਕਤ ਬਣ ਜੂ, ਫਲਾਨਾ ਬਣ ਜੂ, ਵਿਸ਼ਵ ਗੁਰੂ ਆ ਫਲਾਨਾ, ਇਹੋ ਜਿਹੀਆਂ ਗੱਲਾਂ ਕਰਦੇ ਆ, ਤਾਂ ਉਹਦੇ ਵਿੱਚ ਦੇਖਿਆ ਜਾਊਗਾ ਵੀ ਤੁਹਾਡੇ ਮੁਲਕ ਦੇ ਵਿੱਚ ਤਾਂ ਇਹ ਹੈ ਕਿ ਜਿਹੜਾ ਮਨੁੱਖ ਦਾ ਗੰਦ ਹੀ ਮਨੁੱਖ ਆਪਣੇ ਸਿਰ ਤੇ ਚੁੱਕਦਾ ਵਾ, ਉਹ ਤਾਂ ਤੁਹਾਡੇ ਮੁਲਕ ਦੇ ਵਿੱਚ ਲੋਕ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ। ਤੁਸੀਂ ਫਿਰ ਕਿਵੇਂ ਵੱਡੇ ਵੱਡੇ ਦਾਅਵੇ ਕਰਦੇ ਹੋ, ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ, ਉਹ ਤਾਂ ਤੁਹਾਡੀਆਂ ਖੋਖਲੀਆਂ ਨੇ ਨਿਰੋਲ। ਜਿਹੜੇ ਬਾਹਰਲੇ ਮੁਲਕ ਦੇ ਦੌਰੇ ਨੇ ਜੀ, ਤੁਹਾਨੂੰ ਲੱਗਦਾ ਕਿ ਇਹ ਇਹੋ ਜਿਹੇ ਜਿਹੜੇ ਆਪਣੇ ਦੇਸ਼ ਦੇ ਵਿੱਚ ਹੀ 34% ਤੋਂ ਵੱਧ ਲਗਭਗ ਜਿਹੜੀ ਤੁਸੀਂ ਪੂਰੀ ਬੜੀ ਡਿਟੇਲ ਦੇ ਵਿੱਚ ਜੇਕਰ ਆਪਾਂ ਜਾਈਏ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਲੀਡਰ ਭੱਜਦੇ ਆ ਕਿ ਇਹਨਾਂ ਦੀ ਹੈਲਪ ਲਈ, ਇਹਨਾਂ ਲਈ ਇਹ ਸਾਰੀਆਂ ਹੀ ਪਾਰਟੀਆਂ ਨਹੀਂ ਕੋਈ ਐਫਰਟ ਕਰ ਸਕਦੀਆਂ, ਨਹੀਂ ਇਹਨਾਂ ਦੀ ਜ਼ਿੰਦਗੀ 'ਚ ਸੁਧਾਰ ਲਿਆ ਸਕਦੀਆਂ। ਬਾਹਰ ਜਾ ਕੇ ਆਪਦੀ ਜ਼ਿੰਦਗੀ, ਆਪਦੀ ਪਾਰਟੀ ਸੁਧਾਰਨ ਵੱਲ ਹੀ ਇਹ ਧਿਆਨ ਲੱਗਿਆ ਰਹੂਗਾ। ਇਹਨਾਂ ਵੱਲ ਕਦੋਂ ਧਿਆਨ ਜਾਊਗਾ ਜੀ? ਕਿਵੇਂ? ਨਹੀਂ, ਲੋਕਾਂ ਦਾ ਤਾਂ ਇਹ ਆ ਨਾ ਵੀ ਇਹਨਾਂ ਦਾ ਤਾਂ ਕੋਈ ਹੈ ਨਹੀਂ ਲੋਕਾਂ ਦਾ। ਹੁਣ ਜਿਹੜਾ ਲੀਡਰ ਨੇ ਇੱਥੇ ਹੀ ਗੱਲ ਖਤਮ ਕਰਤੀ ਵੀ ਇਹਦਾ ਜੀ ਇਹਨਾਂ ਨੂੰ ਤਾਂ ਸਕੂਨ ਮਿਲਦਾ ਹੈਗਾ, ਉਹ ਤਾਂ ਫਿਰ ਇਹੀ ਚਾਹੂਗਾ ਵੀ ਉਹ ਕਰੀ ਜਾਣ, ਗੰਦ ਢੋਈ ਜਾਣ, ਇਹਨਾਂ ਦੀ ਕਾਹਦੀ ਮੁਕਤੀ? ਆਪ ਇਹ ਜਿਵੇਂ ਉਹ ਪੰਜਾਬੀ ਦੇ ਸ਼ਾਇਰ ਨੇ ਨਾ, ਲਹਿੰਦੇ ਪੰਜਾਬ ਦੇ ਮਰਹੂਮ ਉਸਤਾਦ ਦਾਮਨ, ਉਹ ਕਹਿੰਦੇ ਵੀ ਸਾਡੇ ਲੀਡਰਾਂ ਨੂੰ ਦੌਰਾ ਪੈਂਦਾ ਵੀ ਅਮਰੀਕਾ ਦਾ ਹੀ ਪੈਂਦਾ ਹੈਗਾ, ਕੋਈ ਛੋਟਾ ਮੋਟਾ ਨਹੀਂ ਪੈਂਦਾ ਹੈਗਾ, ਮਤਲਬ ਅਮਰੀਕਾ ਹੀ ਭਜਦੇ ਨੇ ਨਿੱਕੀ ਜਿਹੀ ਗੱਲ ਨੂੰ। ਉਸੇ ਤਰ੍ਹਾਂ ਹੀ ਇਹਨਾਂ ਦੇ ਆਪਣੇ ਤਾਂ ਛੋਟਾ ਮੋਟਾ ਇਲਾਜ ਵੀ ਬਾਹਰਲੇ ਮੁਲਕਾਂ 'ਚ ਹੁੰਦਾ, ਤੇ ਇਹ ਜਿਹੜੇ ਭਾਰਤੀ ਆਵਾਮ ਤੋਂ ਆਸ ਕਰਦੇ ਨੇ ਵੀ ਬਸ ਚਲੋ ਜੀ ਉਹ ਸੇਵਾ ਦੇ ਨਾਂ 'ਤੇ, ਧਰਮ ਦੇ ਨਾਂ ਦੇ ਉੱਤੇ ਇੱਦਾਂ ਹੀ ਲੁੱਟ ਖਸੁੱਟ ਆਪਣੀ ਕਰਾਈ ਜਾਣ, ਹਰ ਢੰਗ ਦੇ ਨਾਲ ਹੀ ਇੱਦਾਂ ਹੀ ਆਪਣਾ ਜੀਵਨ ਬਸ਼ਰ ਕਰੀ ਜਾਣ। ਤੇ ਜਦੋਂ ਫਿਰ ਤੁਸੀਂ ਆਏ ਜੀਵਨ ਬਸ਼ਰ ਕਰੋਗੇ ਵੀ ਅਸੀਂ ਇਹਨਾਂ ਦੇ ਉੱਤੇ ਰਾਜ ਕਰੀਏ, ਅਸੀਂ ਇਹਨਾਂ ਦੇ ਸਰਵਿਸ ਪ੍ਰੋਵਾਈਡਰ ਦੀ ਜਗ੍ਹਾ ਇਹਨਾਂ ਦੇ ਰਾਜੇ ਮਹਾਰਾਜੇ ਬਣ ਕੇ ਰਾਜ ਕਰੀਏ। ਦੂਜੀ ਇੱਕ ਹੋਰ ਖਬਰ ਗੁਜਰਾਤ ਦੀ ਗੱਲ ਕੀਤੀ ਤੁਸੀਂ, ਗੁਜਰਾਤ ਦੇ ਵਿੱਚ ਇੱਕ ਇਹ ਵੀ ਖਬਰ ਵਾਇਰਲ ਹੋ ਰਹੀ ਹੈ ਕਿ ਇੱਕ ਦਲਿਤ ਦੀ ਜਿਹੜੀ ਹੈ ਉਹ ਉਂਗਲ ਕੱਟ ਦਿੱਤੀ ਗਈ ਹੈ ਜੀ। ਕਿੰਨਾ ਕੁ ਸੱਚ ਹੈ ਤੇ ਕੀ ਹੈ ਪੂਰਾ ਮਾਮਲਾ? ਸ਼ਿਵਿੰਦਰ ਜੀ, ਖਬਰ ਤਾਂ ਆ ਗਈ ਹੈ, ਮੇਨ ਮੀਡੀਆ 'ਚ ਵੀ ਆ ਚੁੱਕੀ ਹੈ। ਇਹਦਾ ਕਾਰਨ ਇਹੀ ਹੈ ਕਿ ਇੱਕ ਤਾਂ ਨਾ ਗੁਜਰਾਤ ਦੇ ਵਿੱਚ, ਗੁਜਰਾਤ ਵੀ ਉਹਨਾਂ ਸੂਬਿਆਂ 'ਚ ਇੱਕ ਸੂਬਾ ਜਿੱਥੇ ਦਲਿਤਾਂ ਨਾਲ ਭੇਦਭਾਵ ਹੁੰਦਾ, ਹਾਲਾਂਕਿ ਉਹਨਾਂ ਦੀ ਗਿਣਤੀ ਭਾਵੇਂ ਕੋਈ ਜ਼ਿਆਦਾ ਨਹੀਂ ਹੈਗੀ, ਉਸ ਤਰ੍ਹਾਂ 12% ਹੋਊਗੀ ਸਾਰੀ ਗੁਜਰਾਤ ਦੇ ਵਿੱਚ ਦਲਿਤਾਂ ਦੀ ਆਬਾਦੀ। ਲੇਕਿਨ ਤੁਹਾਨੂੰ ਯਾਦ ਹੋਣਾ ਵੀ ਕੁਝ ਸਾਲ ਪਹਿਲਾਂ 2016-17 ਦੀ ਗੱਲ ਆ, ਇੱਕ ਦਲਿਤਾਂ ਨੂੰ ਬੰਨ੍ਹ ਕੇ ਕੁੱਟਿਆ ਗਿਆ ਸੀਗਾ ਕਿ ਕਿੰਨੇ ਚਿਰ ਮੋਦੀ ਬੋਲਿਆ ਨਹੀਂ, ਜਦੋਂ ਬੋਲਿਆ ਤਾਂ ਉਹਦਾ ਮਜ਼ਾਕ ਬੜਾ ਉੱਡਿਆ, ਉਹ ਕਹਿੰਦਾ ਮੇਰੇ ਦਲਿਤ ਭਾਈयों को ਨਾ ਮਾਰੋ, ਮੁਝੇ ਮਾਰ ਦੋ। ਕੋਈ ਕਹਿੰਦਾ, ਕੋਈ ਕਿਸੇ ਨੇ ਬੰਦੇ ਨੇ ਬੋਲਿਆ ਵੀ ਆਹ ਬੋਲੀ ਕਿਤੇ ਪ੍ਰਧਾਨ ਮੰਤਰੀ ਵਾਲੀ ਹੁੰਦੀ ਹੈ, ਸਿੱਧਾ ਹੀ ਕਿਉਂ ਨਹੀਂ ਕਹਿੰਦਾ ਵੀ ਹੱਥ ਲਾ ਕੇ ਦਿਖਾਓ, ਮੈਂ ਉਹਨਾਂ ਵਿਰੁੱਧ ਕਾਰਵਾਈ ਕਰਦਾ, ਸਗੋਂ ਉਲਟਾ ਕਹਿੰਦਾ ਮੇਰੇ ਦਲਿਤ ਭਾਈयों को ਮਤ ਮਾਰੋ, ਮੈਨੂੰ ਮਾਰ ਦੋ। ਮਤਲਬ ਇਹ ਕਿ ਇਹ ਕਿਹੜੀ ਬੋਲੀ ਹੋਈ, ਮਤਲਬ ਵੀ ਮੈਨੂੰ ਮਾਰ ਦੋ ਵਾਲੀ? ਮਤਲਬ ਜੇਕਰ ਤੂੰ ਬੋਲਿਆ ਵੀ ਹੈ ਤਾਂ ਉਹ ਵੀ ਇੱਕ ਪਖੰਡ ਕੀਤਾ। ਸੋ ਗੁਜਰਾਤ ਦੇ ਵਿੱਚ, ਗੁਜਰਾਤ ਬਾਰੇ 8 ਸਾਲ ਪਹਿਲਾਂ BBC ਨੇ ਇੱਕ ਸਟੋਰੀ ਕੀਤੀ ਸੀ ਜਿਹਦੇ ਵਿੱਚ ਕਿਹਾ ਸੀ ਵੀ ਭਾਰਤ ਵਿੱਚ ਜਿਹੜਾ ਭਿੱਟ ਦਾ ਕਨਸੈਪਟ ਹੈ ਜੀ, ਉਹ ਹਾਲੇ ਵੀ ਚੱਲਦਾ, ਪਰ ਉਹਨਾਂ ਜਿੱਥੇ ਚੱਲਦਾ ਉਹਦੇ ਵਿੱਚ ਗੁਜਰਾਤ ਦੇ ਵੀ ਕਈ ਇਲਾਕੇ ਹੈਗੇ ਨੇ ਉਹਦੇ ਵਿੱਚ ਸ਼ਾਮਲ, ਵੀ ਜਿੱਥੇ ਭਿੱਟ ਦਾ ਕਨਸੈਪਟ ਹਾਲੇ ਵੀ ਉਸੇ ਤਰ੍ਹਾਂ ਚੱਲਦਾ। ਗੁਜਰਾਤ ਵਿੱਚ ਦਲਿਤਾਂ ਉੱਤੇ ਸਮੇਂ-ਸਮੇਂ ਤੇ ਅਤਿਆਚਾਰ ਹੁੰਦੇ ਨੇ। ਜਗਨੇਸ਼ ਮਵਾਨੀ ਵਰਗੇ ਹੋਰ ਜਿਹੜੇ ਦਲਿਤ ਐਕਟਿਵਿਸਟ ਆ ਉਹਨਾਂ ਦੇ ਬਾਰੇ ਆਵਾਜ਼ ਉਠਾਉਂਦੇ ਨੇ। ਤਾਜ਼ਾ ਮਾਮਲਾ ਇਹ ਸੀਗਾ ਕਿ ਇੱਕ ਜਿਹੜਾ ਬੱਚਾ ਸੀ ਫੁੱਟਬਾਲ ਖੇਡ ਰਿਹਾ ਸੀ, ਸੋ ਕਾਲਡ ਉੱਚ ਜਾਤੀ, ਉਹਦੀ ਜਿਹੜੀ ਬਾਲ ਹੈ, ਕ੍ਰਿਕਟ ਵਾਲੀ ਗੇਂਦ ਹੈ, ਉਹਨੂੰ ਕਿਤੇ ਦਲਿਤ ਨੇ ਇੱਕ ਹੱਥ ਲਾ ਦਿੱਤਾ। ਬਸ ਇਹ ਮੁੱਦਾ ਸੀ। ਗੁਜਰਾਤ ਦੇ ਪਾਟਨ ਜ਼ਿਲ੍ਹੇ ਦਾ ਹੈਗਾ, ਉੱਚ ਜਾਤੀ ਦੇ ਜਿਹੜੇ ਹੈਗੇ ਆ 7 ਲੋਕਾਂ ਨੇ ਦੇ ਸਮੂਹ ਨੇ ਇੱਕ ਦਲਿਤ ਵਿਅਕਤੀ ਦਾ ਅੰਗੂਠਾ ਕੱਟ ਦਿੱਤਾ ਵੀ ਤੂੰ ਇਹ ਗੇਂਦ ਨੂੰ ਕਿਉਂ ਹੱਥ ਲਾਇਆ। ਤੇ ਇਹ ਸਕੂਲ ਦੇ ਜਿਹੜੇ ਹੈਗਾ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਮੈਚ ਸੀਗਾ, ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਭਤੀਜੇ ਨੇ ਕ੍ਰਿਕਟ ਦੀ ਗੇਂਦ ਇੱਕ ਨੂੰ ਚੱਕ ਲਈ, ਮਤਲਬ ਇੱਕ ਦਲਿਤ ਦੇ ਨੇ ਚੱਕ ਲਈ। ਤੇ ਇਹਦੇ ਵਿੱਚ ਕੀ ਹੋਇਆ ਕਿ ਹੁਣ ਜਿਹੜੀਆਂ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਜਿਸ ਹਿਸਾਬ ਨਾਲ, ਉਹਦੇ ਵਿੱਚ ਕਿਹਾ ਗਿਆ ਕਿ ਕੁਲਦੀਪ ਸਿੰਘ ਰਾਜਪੂਤ ਨੇ ਗੁੱਸੇ ਵਿੱਚ ਆ ਗਿਆ, ਉਹ ਬੰਦੇ ਦਾ ਨਾਮ ਆ, ਉਹਨੇ ਸਕੂਲ ਦੇ ਮੈਦਾਨ ਦੇ ਵਿੱਚ ਕ੍ਰਿਕਟ ਮੈਚ ਦੌਰਾਨ ਜਿਹੜਾ ਹੈਗਾ ਹੀ 8 ਵਿਅਕਤੀਆਂ ਨੇ 8 ਸਾਲ ਦੇ ਬੱਚੇ ਦੀ ਗੇਂਦ ਸੀਗੀ, ਉਹ ਜਦੋਂ ਚੱਕੀ ਇੱਕ ਦਲਿਤ ਨੇ ਤਾਂ ਉਹਨੇ ਉਸ ਦਲਿਤ ਦਾ ਅੰਗੂਠਾ ਚੱਕਿਆ ਵੀ ਤੇਰੀ ਹਿੰਮਤ ਕਿਵੇਂ ਹੋਈ। ਇਹ ਕੋਈ ਪਹਿਲੀ ਘਟਨਾ ਨਹੀਂ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਹਰਿਆਣੇ ਦੇ ਵਿੱਚ ਆਪਣਾ ਬਿਲਕੁਲ ਨਾਲ ਵਾਲਾ ਹੀ ਸੂਬਾ ਹੈਗਾ ਜੀ, ਇੱਥੇ ਇੱਕ ਮਿਰਚਪੁਰ ਕਾਂਡ ਹੋਇਆ ਸੀਗਾ ਜੀ। ਉਹ ਇਸ ਲਈ ਹੋਇਆ ਸੀਗਾ ਕਿ ਦਲਿਤਾਂ ਦਾ ਕੁੱਤਾ ਸੀਗਾ ਜੀ, ਉਹ ਸੋ-ਕਾਲਡ ਉੱਚੀ ਜਾਤ ਵਾਲਿਆਂ ਨੂੰ ਭੌਂਕਿਆ ਤੇ ਉਹਨਾਂ ਨੇ ਪੂਰੀ ਬਸਤੀ ਨੂੰ ਅੱਗ ਲਾਤੀ ਦਲਿਤਾਂ ਦੀ ਨੂੰ, ਵੀ ਹਿੰਮਤ ਕਿਵੇਂ ਹੋਈ, ਤੁਹਾਡਾ ਕੁੱਤਾ ਸਾਨੂੰ ਕਿਵੇਂ ਭੌਂਕ ਗਿਆ। ਤੇ ਇਸੇ ਤਰ੍ਹਾਂ ਹੀ ਇੱਕ ਮਾਮਲਾ ਆਇਆ ਸੀਗਾ ਜਦੋਂ ਇੱਕ ਦਲਿਤ ਦੇ ਤੂੰ ਮੈਂ ਹੋ ਗਈ ਸੋ-ਕਾਲਡ ਉੱਚੀ ਜੱਟ ਵਾਲੇ ਦੀ, ਤੇ ਉਹਦਾ ਮੋਬਾਈਲ ਜਿਹੜਾ ਨਾਲੇ 'ਚ ਡਿੱਗ ਪਿਆ, ਉਹਦੇ ਕੋਲੋਂ ਕਿਹਾ ਗਿਆ ਤੂੰ ਇਹਨੂੰ ਚੱਕ।
ਤੇ ਇਸੇ ਢੰਗ ਦੇ ਨਾਲ ਹੀ ਇੱਕ ਮਾਮਲਾ ਇਹ ਆਇਆ ਵੀ ਘੋੜੀ ਚੜ੍ਹਨ ਨੂੰ ਲੈ ਕੇ ਵੀ ਆਇਆ ਸੀਗਾ, ਉਹ ਤਾਂ ਅਕਸਰ ਹੀ ਆਉਂਦੇ ਹੈਗੇ ਨੇ। ਤੇ ਦੂਜੇ ਪਾਸੇ ਸਿਤਮ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਫਿਰ ਇੱਕ ਬੀਜੇਪੀ ਦਾ ਹੀ ਸਾਬਕਾ ਮੰਤਰੀ ਹੈ ਜੋ ਕਿ ਫੌਜ ਦਾ ਵੀ ਬਹੁਤ ਵੱਡਾ ਅਫਸਰ ਰਿਹਾ, ਉਹਨੇ ਦਲਿਤਾਂ ਨੂੰ ਕੁੱਤੇ ਕਹਿ ਦਿੱਤਾ ਸੀਗਾ। ਸੋ ਇਹ ਮਤਲਬ ਭੇਦਭਾਵ ਹੈ, ਇਹਦੇ ਤੋਂ ਪਤਾ ਲੱਗਦਾ ਵੀ ਪੋਲੀਟੀਕਲ ਤੌਰ ਤੇ ਤਾਂ ਭਾਵੇਂ ਭਾਰਤ ਦੇ ਨਾਗਰਿਕਾਂ ਨੂੰ ਬਰਾਬਰ ਦੇ ਰਾਜਨੀਤਿਕ ਅਧਿਕਾਰ ਮਿਲੇ ਹੋਏ ਨੇ, ਪਰ ਉਹ ਸਮਾਜਿਕ ਤੌਰ ਉੱਤੇ ਇੰਪਲੀਮੈਂਟ ਨਹੀਂ ਹੋਏ ਤੇ ਸਮਾਜਿਕ ਤੌਰ ਤੇ ਹਲੇ ਬਹੁਤ ਸਾਰੀਆਂ ਰੂੜੀਆਂ ਪਈਆਂ ਨੇ ਤੇ ਉਹ ਰੂੜੀਆਂ ਨੂੰ ਕਿਤੇ ਨਾ ਕਿਤੇ ਸਾਡੇ ਜਿਹੜੇ ਲੀਡਰ ਨੇ, ਹੁਕਮਰਾਨ ਨੇ, ਉਹ ਪੱਠੇ ਪਾਉਂਦੇ ਨੇ। ਬਿਲਕੁਲ ਜੀ, ਸ਼ਰਮਨਾਕ ਆ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਨੇ, ਅਫਸੋਸਨਾਕ ਖਬਰਾਂ ਨੇ। ਤੇ ਇਨਸਾਨੀਅਤ ਦਾ ਰਿਸ਼ਤਾ ਸਭ ਤੋਂ ਵੱਡਾ ਹੁੰਦਾ ਤੇ ਸਾਨੂੰ ਇਹ ਇਨਸਾਨੀਅਤ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਤੇ ਸ਼ਿਵਿੰਦਰ ਜੀ, ਰੇਡੀਓ ਪੰਜਾਬ ਟੂਡੇ ਵੱਲੋਂ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਬਰਾੜ ਸਾਹਿਬ, ਮਿਹਰਬਾਨੀ ਜੀ। ਇਹ ਸਨ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ। ਦੋਸਤੋ, ਪ੍ਰੋਗਰਾਮ ਸ਼ਮਾਦਾਨ ਜਿਹੜਾ ਹੈ ਉਹ ਬਿਲਕੁਲ ਜਾਰੀ ਹੈ ਤੇ ਸਾਂਝੀਆਂ ਕਰ ਲਈਏ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਰ ਸੀਨੀਅਰ ਅਟਾਰਨੀ ਐਮੀ ਜੈਲ, ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜੈਲ ਐਂਡ ਜੈਲ ਲਾਅ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜੈਲ ਐਂਡ ਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 7186121188। ਆਫਿਸ ਨੰਬਰ ਹੈ ਜੀ ਇਹਨਾਂ ਦਾ 2126192859। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਇਹਨਾਂ ਦਾ ਫੋਨ ਨੰਬਰ ਹੈ ਜੀ 206941 5454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 2535208886 ਤੇ। ਇਹਨਾਂ ਦਾ ਪਤਾ ਜੀ 24915 104 ਐਵਨਿਊ, ਸਾਊਥ ਈਸਟ ਕੈਂਟ, ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। ਟੀਏ ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਹੋਰਾਂ ਦੇ ਨਾਲ, ਸਚਿਨ ਮਲਿਕ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 5599034627 ਤੇ ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਔਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 2532666924। ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਰਹਿਣਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵਨਿਊ, ਸਾਊਥ ਈਸਟ ਕੈਂਟ।
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ, ਫ੍ਰੀ ਬਾਰਬੀਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ। ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ। 5196220660 519-622-0660 ਕੁਇਕ ਟਰੱਕ ਲੂਬ, ਨੈਪਨੀ ਲੋਕੇਸ਼ਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354